ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ। ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ। ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਆਪ ਜੀ ਨੇ ਸਰਵਨ ਕੀਤਾ ਹੈ, ਜਿਸ ਪਾਵਨ ਸ਼ਬਦ ਦੇ 5 ਪਦੀਆਂ ਦੀ ਵਿਚਾਰ ਪਿਛਲੇ ਸਮੇਂ ਦੇ ਵਿੱਚ ਆਪ ਜੀ ਸਰਵਨ ਕਰ ਚੁੱਕੇ ਹੋ। ਅਗਲੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਅੱਜ ਆਪਾਂ ਜੁੜਨਾ ਹੈ। ਪਾਵਨ ਬਚਨਾਂ ਦੀ ਵਿਚਾਰ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਗਤੀ ਨੂੰ ਸਮਝ ਕੇ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਹਰ ਜੀਓ ਤੂੰ ਕਰਤਾ ਕਰਤਾਰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਕਰਤਾਰ ਹੈ, ਸਾਰੇ ਸੰਸਾਰ ਦਾ, ਇਸ ਕੁਦਰਤ ਦਾ ਕਰਤਾ ਹੈ। ਸਾਡੀ ਤੁਹਾਡੇ ਅੱਗੇ ਅਰਦਾਸ ਹੈ ਕਿ ਜਿਵੇਂ ਤੁਹਾਨੂੰ ਭਾਉਂਦਾ ਹੈ ਤਿਵੇਂ ਤੁਸੀਂ ਸਾਨੂੰ ਰੱਖ ਲਓ। ਔਰ ਜੇ ਤੁਹਾਡੇ ਨਾਮ ਦੀ ਬਖਸ਼ਿਸ਼ ਸਾਡੇ ਤੇ ਹੋ ਜਾਏ ਤੇ ਸਾਡਾ ਆਚਰਣ ਜਿਹੜਾ ਮੈਲਾ ਹੈ, ਇਹ ਸਾਡਾ ਆਚਰਣ ਸਾਫ ਸੁਥਰਾ ਹੋ ਜਾਏ। ਸਾਡੀ ਮੱਤ ਜਿਹੜੀ ਹੈ ਇਹ ਉੱਚੀ ਹੋ ਜਾਏ। ਸਾਡਾ ਜਿਹੜਾ ਆਚਰਣ ਹੈ ਇਹਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਬੁਰਾਈ ਦਾ ਅਸਰ ਪ੍ਰਭਾਵ ਜਿਹੜਾ ਹੈ ਉਹ ਨਾ ਪੈ ਸਕੇ। ਹੇ ਕਰਤਾਰ, ਹੇ ਵਾਹਿਗੁਰੂ ਜੀ, ਜਿਉਂ ਭਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੇ ਆਚਾਰ। ਆਚਾਰ ਦਾ ਮਤਲਬ ਆਚਰਣ। ਜੇ ਤੁਹਾਡਾ ਨਾਮ ਮਿਲ ਜਾਏ ਤੇ ਸਾਡੇ ਆਚਰਣ ਤੇ ਜਿੰਨੇ ਵੀ ਬੇਕਾਰਾਂ ਦੀ ਮਲ, ਦਾਗ, ਧੱਬੇ, ਦੋਸ਼ ਸਾਡੇ ਜੀਵਨ ਤੇ ਲੱਗੇ ਹੋਏ ਨੇ, ਆਚਰਣ ਕਰਕੇ ਉਹ ਸਾਰੇ ਦੇ ਸਾਰੇ ਹੀ ਮਿਟ ਜਾਣ। ਅਸੀਂ ਬੁਰਾਈਆਂ ਤੋਂ ਬਚ ਸਕੀਏ, ਸਾਨੂੰ ਨਾਮ ਦੀ ਬਖਸ਼ਿਸ਼ ਵੀ ਦਿਓ, ਔਰ ਜਿਵੇਂ ਤੁਹਾਨੂੰ ਪਾਉਂਦਾ ਹੈ ਤਿਵੇਂ ਸਾਨੂੰ ਰੱਖ ਵੀ ਲਓ। ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ।
ਸ਼ਬਦ ਵਿੱਚ 6ਵਾਂ ਪਦਾ, ਕਿਉਂਕਿ ਕੱਲ ਤੱਕ ਆਪ ਜੀ ਨੇ 5ਵੇਂ ਪਦੇ ਤੱਕ ਦੀ ਵਿਚਾਰ ਨੂੰ ਸਰਵਨ ਕੀਤਾ ਸੀ। 8 ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ। ਅੱਜ ਦੇ ਪਾਵਨ ਬਚਨਾਂ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਨੀ ਸੱਚ ਪਛਾਣਿਆ, ਜਿਨ੍ਹਾਂ ਨੇ ਸੱਚ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਕੇ ਸੱਚ ਨੂੰ ਪਛਾਣ ਲਿਆ, ਕਿਉਂਕਿ ਸੱਚ ਨੂੰ ਪਛਾਣਨ ਲਈ ਸੱਚੇ ਨਾਮ ਦਾ ਅਭਿਆਸੀ ਹੋਣਾ ਬੜਾ ਜ਼ਰੂਰੀ ਹੈ। ਸੱਚ ਕੌਣ ਹੈ? ਜੋ ਸਦੀਵੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਸਦੀਵੀ ਹੈ, ਜੋ ਜੁਗੋ ਜੁਗ ਅਟਲ ਹੈ, ਜੋ ਜੁਗ ਜੁਗ ਏਕੋ ਵੇਸ ਹੈ। ਸੱਚ ਪਰਮੇਸ਼ਵਰ ਨੂੰ ਪਛਾਣਨ ਵਾਸਤੇ ਸੱਚ ਨਾਮ ਵਿੱਚ ਲੀਨ ਹੋਣਾ ਪੈਣਾ ਹੈ। ਇਸੇ ਲਈ ਰਹਾਉ ਵਾਲੀ ਪੰਗਤੀ ਕੇਂਦਰੀ ਭਾਵ ਵਿੱਚ ਮਹਾਰਾਜ ਨੇ ਆਖਿਆ ਸੀ ਵੀ ਜੇ ਸੱਚ ਨਾਮ ਮਿਲ ਜਾਏ, ਸੱਚਾ ਨਾਮ ਮਿਲ ਜਾਏ, ਤਾਂ ਸਾਡੇ ਜਿੰਨੇ ਵੀ ਪਾਪ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਔਰ ਜਿੰਨੀ ਵੀ ਮਲ ਸਾਡੇ ਅੰਦਰ ਹੈ, ਉਹ ਸਾਰੀ ਹੀ ਧੁੱਪ ਜਾਏਗੀ। ਤੋ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕੀਤਾ, ਸਭ ਕਹਿੰਦੇ ਉਹਨਾਂ ਨੇ ਸੱਚ ਨੂੰ ਪਛਾਣਿਆ ਹੈ। ਤੇ ਜਿਹਨੇ ਸੱਚ ਨੂੰ ਪਛਾਣਿਆ, ਇਹ ਤੇ ਸੁਭਾਵਿਕ ਹੈ ਕਿ ਜੇ ਆਪਾਂ ਸਚਿਆਰ ਹੋਵਾਂਗੇ ਤੇ ਕੁੜਿਆਰ ਦਾ ਪੱਲਾ ਛੱਡਣਾ ਪੈਣਾ ਹੈ। ਜੇ ਅਸੀਂ ਸੱਚੇ ਹੋਵਾਂਗੇ ਤੇ ਝੂਠ ਦਾ ਪੱਲਾ ਛੱਡਣਾ ਪੈਣਾ ਹੈ। ਤੇ ਜੇ ਅਸੀਂ ਕਹੀਏ ਵੀ ਝੂਠ ਦਾ ਪੱਲਾ ਵੀ ਨਹੀਂ ਛੱਡਣਾ ਤੇ ਅਸੀਂ ਸੱਚੇ ਵੀ ਬਣਨਾ, ਇਹ ਨਹੀਂ ਹੋ ਸਕਦਾ। ਸਾਨੂੰ ਇੱਕ ਮਾਰਗ ਤੇ ਹੀ ਤੁਰਨਾ ਪੈਣਾ ਹੈ। ਜੇ ਉਸ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਕੂੜ ਦਾ ਰਸਤਾ ਛੱਡ ਕੇ ਸਚਿਆਰ ਹੋ ਕੇ ਸੱਚ ਪਰਮੇਸ਼ਵਰ ਨੂੰ ਪਛਾਣਿਆ ਹੈ, ਉਹ ਸਦਾ ਵਾਸਤੇ ਸੁਖੀ ਹੋ ਗਏ। ਉਹ ਮਨ ਦੇ ਤਲ ਉਤੇ, ਆਤਮਕ ਤਲ ਉਤੇ ਸਦਾ ਲਈ ਸੁਖੀ ਹੋ ਗਏ। ਤੇ ਗੱਲ ਅੱਜ ਦੀ ਨਹੀਂ। ਮਹਾਰਾਜ ਕਹਿੰਦੇ ਜਿਹੜੇ ਇਹ ਸੰਸਾਰ ਦੇ ਜੀਆਂ ਨੇ ਯੁੱਗ ਦੀ 4 ਹਿੱਸਿਆਂ ਵਿੱਚ ਵੰਡ ਕੀਤੀ ਹੈ ਨਾ, ਇਹਨਾਂ ਦੇ ਮੁਤਾਬਕ ਹੀ, ਜਿਵੇਂ ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ, ਇਹ ਵੀ ਧਿਆਨ ਵਿੱਚ ਰੱਖਣਾ। ਅੱਜ ਆਪਾਂ ਕਹਿੰਦੇ ਹਾਂ ਕਲਯੁਗ ਹੈ, ਪਰ ਅੱਜ ਵੀ ਸਾਨੂੰ ਬਹੁਤ ਐਸੇ ਪ੍ਰਾਣੀ ਦਿਸ ਜਾਣਗੇ ਜਿਨ੍ਹਾਂ ਨੂੰ ਵੇਖ ਕੇ ਕਹਿ ਸਕਦੇ ਹਾਂ ਵੀ ਸਤਯੁਗ ਹੈ। ਬਹੁਤ ਪ੍ਰਾਣੀ ਐਸੇ, ਕਿਉਂਕਿ ਇਹ ਸਾਡੇ ਮਾਨਸਿਕ ਮੰਡਲ ਤੇ ਨਿਰਭਰ ਕਰਦਾ ਹੈ ਕਿ ਸਾਡਾ ਮਾਨਸਿਕ ਮੰਡਲ ਕਿੰਨਾ ਕੁ ਕੂੜ ਨਾਲ ਭਰਿਆ ਤੇ ਕਿੰਨਾ ਕੁ ਸੱਚ ਨਾਲ ਭਰਿਆ। ਜੇ ਤਾਂ ਸਾਡਾ ਮਾਨਸਿਕ ਮੰਡਲ ਸੱਚ ਨਾਲ ਹੀ ਭਰਪੂਰ ਹੈ, ਫਿਰ ਤੇ ਅਸੀਂ ਕਲਯੁਗ ਦੇ ਵਿੱਚ ਵੀ ਸਤਯੁਗ ਵਰਗਾ ਜੀਵਨ ਜੀ ਰਹੇ ਹਾਂ। ਤੇ ਜੇ ਸਾਡੇ ਮਾਨਸਿਕ ਮੰਡਲ ਦੇ ਵਿੱਚ ਕਹਿ ਲਓ ਕਿ 50% ਕੂੜ ਤੇ 50 ਸੱਚ ਹੈ, ਤੇ ਅਸੀਂ ਅੱਜ ਵੀ ਦੁਆਪਰ ਵਿੱਚ ਜੀ ਰਹੇ ਹਾਂ। ਤੇ ਜੇ ਸਾਡੇ ਮਾਨਸਿਕ ਮੰਡਲ ਵਿੱਚ ਸੱਚ ਹੈ ਹੀ ਨਹੀਂ, ਕੂੜ ਹੀ ਕੂੜ ਭਰਿਆ ਪਿਆ, ਤੇ ਅਸੀਂ ਘੋਰ ਕਲਯੁਗ ਦੇ ਵਿੱਚ ਜੀ ਰਹੇ ਹਾਂ। ਪਰ ਸਮੇਂ ਦੀ ਵੰਡ ਕੀਤੀ ਹੈ, ਉਸ ਮੁਤਾਬਕ ਮਹਾਰਾਜ ਜੀ ਕਹਿੰਦੇ ਭਾਵੇਂ ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਭਾਵੇਂ ਕਲਯੁਗ ਹੈ, ਜਿਹਨੇ ਸੱਚ ਨੂੰ ਪਛਾਣਿਆ ਉਹ ਸਦਾ ਲਈ ਸੁਖੀ ਰਹਿੰਦਾ ਹੈ। ਉਹ ਦੁੱਖ ਵਿੱਚ ਵੀ ਸੁੱਖ ਨੂੰ ਮਹਿਸੂਸ ਕਰਦਾ ਹੈ। ਉਹਦਾ ਮਨ ਅੰਦਰ ਕਦੇ ਵੀ ਮੁਰਝਾਉਂਦਾ ਨਹੀਂ, ਭਾਵ ਚਿੰਤਤ ਨਹੀਂ ਹੁੰਦਾ। ਜਿਨੀ ਸੱਚ ਪਛਾਣਿਆ ਸੇ ਦਾ ਅਰਥ ਉਹ ਜਿਨ੍ਹਾਂ ਨੇ ਪਛਾਣਿਆ, ਸੇ ਸੁਖੀਏ ਜੁਗ 4। ਉਹ ਫਿਰ 4 ਦੇ ਰਾਰੇ ਨੂੰ ਸਿਆਰੀ,
ਕਹਿੰਦੇ ਜਿਹੜੇ 4 ਯੁੱਗ ਦੀ ਵੰਡ ਕੀਤੀ ਗਈ ਹੈ ਨਾ, ਇਸ 4 ਯੁੱਗ ਦੀ ਵੰਡ ਵਿੱਚ ਉਹ ਸਦਾ ਸੁਖੀ ਰਹਿੰਦੇ ਨੇ। ਉਹ ਭਾਵੇਂ ਦੁਆਪਰ ਵਿੱਚ ਹੋਣ, ਸਤਯੁਗ 'ਚ ਹੋਣ, ਤ੍ਰੇਤੇ 'ਚ ਹੋਣ, ਉਹ ਸਦਾ ਹੀ ਸੁਖੀ ਰਹਿੰਦੇ ਨੇ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਹੈ। ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ। ਉਹ ਸੁਖੀ ਕਿਉਂ ਰਹਿੰਦੇ ਨੇ? ਪਹਿਲੀ ਗੱਲ ਤੇ ਸੱਚ ਪਛਾਣਿਆ, ਸੰਸਾਰ ਵਿੱਚ ਨਿਰੰਕਾਰ ਨੂੰ ਪਛਾਣ ਲਿਆ, ਕੁਦਰਤ ਵਿੱਚ ਕਾਦਰ ਦੀ ਸਮਝ ਆ ਗਈ, ਕਰਤਾਰ ਦੀ ਕਰਤੇ ਦੀ ਸਮਝ ਆ ਗਈ। ਕਿਉਂਕਿ ਹਜੇ ਸਮਾਜ ਵਿੱਚ ਆਪਾਂ ਵੇਖਦੇ ਹਾਂ ਜਿਹਦੇ ਉੱਤੇ ਇਹ ਬਖਸ਼ਿਸ਼ ਨਹੀਂ ਹੋਈ, ਉਹ ਤਾਂ ਨਿਰੰਕਾਰ ਨੂੰ ਨਹੀਂ ਪਛਾਣਦਾ, ਉਹ ਸੰਸਾਰ ਨੂੰ ਪਛਾਣਦਾ ਹੈ। ਨਾਸਤਕ ਬੰਦਾ ਕਹਿੰਦਾ ਵੀ ਪਰਮੇਸ਼ਵਰ, ਰੱਬ, ਅੱਲਾ, ਵਾਹਿਗੁਰੂ ਇਹ ਕੋਈ ਕੁਛ ਨਹੀਂ ਹੁੰਦਾ, ਕਿਉਂਕਿ ਉਹਨੇ ਪਛਾਣਿਆ ਹੀ ਨਹੀਂ। ਉਹ ਕੁਦਰਤ ਵਿੱਚ ਕਾਦਰ ਨੂੰ ਮਹਿਸੂਸ ਕਰ ਹੀ ਨਹੀਂ ਸਕਦਾ। ਪਰ ਜਿਹਨੇ ਪਛਾਣਿਆ ਹੈ ਉਹਨੇ ਕੁਦਰਤ ਵਿੱਚ ਕਾਦਰ ਨੂੰ ਪਛਾਣ ਲਿਆ। ਪਰ ਪਛਾਣਿਆ ਕਿਵੇਂ? ਹਉਮੈ ਤ੍ਰਿਸ਼ਨਾ ਮਾਰ ਕੈ। ਅੰਦਰੋਂ ਹਉਮੈ ਨੂੰ, ਤ੍ਰਿਸ਼ਨਾ ਨੂੰ ਮਾਰ ਕੇ, ਖਤਮ ਕਰਕੇ। ਜਿੰਨਾ ਚਿਰ ਅੰਦਰ ਤ੍ਰਿਸ਼ਨਾ ਹੈ ਉਨਾ ਚਿਰ ਸੱਚ ਨੂੰ ਪਛਾਣਨਾ ਬੜਾ ਔਖਾ ਹੈ। ਜਿੰਨਾ ਚਿਰ ਅੰਦਰ ਹਉਮੈ, ਹੰਕਾਰ ਹੈ, ਨਿਰੰਕਾਰ ਨੂੰ ਪਛਾਣਨਾ ਔਖਾ ਹੈ। ਜੇ ਅਸੀਂ ਨਿਰੰਕਾਰ ਨੂੰ ਪਛਾਣਨਾ ਤੇ ਸਾਨੂੰ ਹੰਕਾਰ ਨੂੰ ਮਾਰਨਾ ਹੀ ਪੈਣਾ ਹੈ, ਖਤਮ ਕਰਨਾ ਪੈਣਾ ਹੈ। ਜਿਨ੍ਹਾਂ ਨੇ ਆਪਣੇ ਅੰਦਰ ਹੰਕਾਰ ਨੂੰ ਖਤਮ ਕਰਕੇ, ਤ੍ਰਿਸ਼ਨਾ ਨੂੰ ਖਤਮ ਕਰਕੇ ਸੱਚ ਰੱਖਿਆ ਉਰ ਧਾਰ, ਸੱਚ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ, ਉਰ ਕਹਿੰਦੇ ਹਿਰਦਾ, ਧਾਰ ਦਾ ਅਰਥ ਹੈ ਧਾਰ ਕੇ, ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਜਿਨ੍ਹਾਂ ਨੇ ਧਾਰ ਲਿਆ, ਉਹਨਾਂ ਨੇ ਹਉਮੈ ਤੇ ਤ੍ਰਿਸ਼ਨਾ ਦਾ ਨਾਸ਼ ਕਰਕੇ ਸੱਚ ਨੂੰ ਪਛਾਣ ਲਿਆ ਔਰ ਉਹ ਸਦਾ ਲਈ ਸੁਖੀ ਹੋ ਗਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਹਿਰਦੇ ਵਿੱਚ ਸੱਚ ਨੂੰ ਧਾਰਨਾ ਵੀ ਔਖਾ ਹੈ ਤੇ ਹਉਮੈ ਨੂੰ ਮਾਰਨਾ ਵੀ ਔਖਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਣ ਦਾ ਯਤਨ ਕਰ ਰਹੇ। ਜਗ ਮੈਂ ਲਾਹਾ ਏਕ ਨਾਮ, ਪਾਈਐ ਗੁਰ ਵਿਚਾਰ। ਪਹਿਲੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਸੱਚ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ, ਪੱਕਾ ਕਰਕੇ ਤੇ ਸੱਚ ਨੂੰ ਪਛਾਣ ਕੇ ਸਦਾ ਲਈ ਆਪਣਾ ਜੀਵਨ ਸੁਖੀ ਕਰ ਲਿਆ, ਜਿਨ੍ਹਾਂ ਦਾ ਜੀਵਨ ਆਨੰਦਮਈ ਹੋ ਗਿਆ। ਹੁਣ ਮਹਾਰਾਜ ਸਾਨੂੰ ਕਹਿੰਦੇ ਆ, ਸਾਹਿਬ ਜੀ ਕਹਿੰਦੇ ਇਸ ਜਗਤ ਵਿੱਚ ਇੱਕੋ ਹੀ ਲਾਹਾ ਹੈ। ਜੇ ਤੁਸੀਂ ਸੱਚ ਨੂੰ ਪਛਾਣਨਾ, ਜੇ ਤੁਸੀਂ ਦੁੱਖ ਵਿੱਚੋਂ ਦੀ ਨਿਕਲਣਾ, ਜੇ ਤੁਸੀਂ ਸਦਾ ਲਈ ਸੁਖੀ ਹੋਣਾ, ਜੇ ਹਉਮੈ ਤੇ ਤ੍ਰਿਸ਼ਨਾ ਨੂੰ ਮਾਰਨਾ, ਤਾਂ ਇੱਕੋ ਹੀ ਲਾਹਾ ਹੈ ਇਸ ਜੱਗ ਦੇ ਵਿੱਚ, ਉਹ ਹੈ ਏਕ ਨਾਮ, ਇੱਕ ਪਰਮੇਸ਼ਵਰ ਦਾ ਨਾਮ। ਉਹਦੇ ਨਾਮ ਦਾ ਅਭਿਆਸ ਕਰੋ। ਪਰ ਉਹ ਨਾਮ ਕਿਵੇਂ ਮਿਲੇਗਾ? ਮਹਾਰਾਜ ਕਹਿੰਦੇ ਗੁਰ ਵਿਚਾਰ, ਗੁਰੂ ਦੇ ਚਰਨਾਂ ਵਿੱਚ ਤੂੰ ਵਿਚਾਰ ਕਰ, ਕਿਉਂਕਿ ਵਿਚਾਰ ਵਿੱਚ ਹੀ ਸੱਚ ਪਤਾ ਲੱਗਣਾ ਹੈ। ਜੇ ਵਿਚਾਰ ਨਾ ਹੋਵੇ, ਅੱਜ ਵੀ ਕਈ ਐਸੇ ਪ੍ਰਾਣੀ ਕਹਿੰਦੇ ਆ ਕਿ ਠੀਕ ਹੈ, ਮੁਬਾਰਕ ਹੈ, ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਚੱਲਣੇ ਚਾਹੀਦੇ ਆ, ਪਰ ਸਾਨੂੰ ਉਨਾ ਚਿਰ ਸ਼ਬਦ ਦੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਵਿਚਾਰ ਨਾ ਹੋਵੇ। ਸ਼ਬਦ ਤੇ ਅਸੀਂ ਬਹੁਤ ਸੁਣੇ, ਪਰ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਗਾਇਆ ਤੇ ਕੀ ਸੁਣਿਆ। ਇਹ ਉਦੋਂ ਪਤਾ ਲੱਗਾ ਜਦੋਂ ਉਹਦੀ ਵਿਚਾਰ ਕੀਤੀ। ਔਰ ਬਹੁਤ ਐਸੇ ਪ੍ਰਾਣੀ ਨੇ ਜਿਹੜੇ ਕਹਿੰਦੇ ਆ ਵੀ ਸਾਨੂੰ ਜ਼ਿੰਦਗੀ ਸਾਡੀ ਲੰਘ ਚੱਲੀ ਹੈ ਪਾਠ ਕਰਦੇ ਆ, ਪਰ ਸਾਨੂੰ ਇਹਦੇ ਅਰਥਾਂ ਦਾ ਅੱਜ ਤੱਕ ਨਹੀਂ ਸੀ ਪਤਾ ਲੱਗਾ। ਪਰ ਜਦੋਂ ਵਿਚਾਰ ਕੀਤੀ, ਵਿਚਾਰ ਨਾਲ ਜੁੜੇ, ਫਿਰ ਪਤਾ ਲੱਗਾ ਵੀ ਇਹ ਬਾਣੀ ਸਾਨੂੰ ਕੀ ਸਮਝਾਉਂਦੀ ਹੈ। ਪਰ ਸਾਹਿਬ ਜੀ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਪਰ ਬਾਣੀ ਦੀ ਵਿਚਾਰ ਵੀ ਵਿਰਲਾ ਵਿਰਲਾ ਹੀ ਕਰਦਾ ਹੈ। ਕਿਉਂਕਿ ਜਦੋਂ ਵਿਚਾਰਾਂਗੇ ਉਦੋਂ ਸੱਚ ਉੱਭਰ ਕੇ ਬਾਹਰ ਆਉਣਾ ਹੈ, ਤੇ ਸੱਚ ਕਿਸੇ ਕਿਸੇ ਨੂੰ ਹਜਮ ਹੁੰਦਾ ਹੈ।
ਸੱਚ ਸਾਰਿਆਂ ਨੂੰ ਵੀ ਹਜ਼ਮ ਨਹੀਂ ਹੁੰਦਾ। ਇਸ ਲਈ ਵਿਰਲੇ ਨੇ ਜਿਹੜੇ ਵਿਚਾਰ ਕਰਕੇ ਸੱਚ ਨੂੰ ਸਮਝਦੇ ਨੇ, ਸੱਚ ਨਾਲ ਜੁੜਦੇ ਨੇ, ਕੂੜ ਦਾ ਪੱਲਾ ਛੱਡਦੇ ਨੇ, ਝੂਠ ਦਾ ਪੱਲਾ ਛੱਡਦੇ ਨੇ, ਜਿਨ੍ਹਾਂ ਨੇ ਗੁਰ ਵਿਚਾਰ ਨਾਲ ਜੁੜਨਾ ਕੀਤਾ, ਭਾਵ ਗੁਰੂ ਨੂੰ ਮਿਲ ਕੇ ਵਿਚਾਰਿਆ। ਤੇ ਗੁਰੂ ਸਾਹਿਬ ਨੂੰ ਮਿਲ ਕੇ ਜਦੋਂ ਵਿਚਾਰਿਆ ਤੇ ਕੀ ਪਤਾ ਲੱਗਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਪਤਾ ਲੱਗਾ ਵੀ ਸਾਰੇ ਜਿਹੜੇ ਕੰਮ ਅਸੀਂ ਧਾਰਮਿਕ ਕਰਦੇ ਹਾਂ ਇਹ ਨਿਰਾਫਲ ਨੇ, ਜੇ ਇੱਕ ਪਰਮੇਸ਼ਵਰ ਦੇ ਨਾਮ ਦਾ ਜਾਪ ਨਾ ਕੀਤਾ, ਜੇ ਉਹਦੇ ਨਾਮ ਦੀ ਆਰਾਧਨਾ ਨਾ ਕੀਤੀ, ਉਹਦੇ ਨਾਮ ਦਾ ਸਿਮਰਨ ਨਾ ਕੀਤਾ। ਇਸ ਲਈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰ ਵਿਚਾਰ ਨੂੰ ਸਮਝਣਾ ਕੀਤਾ ਜਾਂ ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਵਿਚਾਰਿਆ, ਇਸ ਜਗਤ ਦੇ ਅੰਦਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਉਹ ਜਿਹੜਾ ਇੱਕ ਨਾਮ ਦਾ ਲਾਹਾ ਹੈ ਉਹ ਗੁਰੂ ਦੀ ਵਿਚਾਰ ਦੇ ਵਿੱਚ, ਗੁਰੂ ਨਾਲ ਮਿਲ ਕੇ ਵਿਚਾਰ ਕੇ ਉਸ ਨਾਮ ਨੂੰ ਪਾਇਆ ਜਾ ਸਕਦਾ ਹੈ। ਹੁਣ ਗੁਰੂਦੁਆਰਾ ਹੈ, ਗੁਰੂਦੁਆਰਾ ਸਾਹਿਬ ਹੈ, ਬਹੁਤ ਐਸੇ ਪ੍ਰਾਣੀ ਗੁਰੂ ਸਾਹਿਬ ਦੇ ਦਰ ਤੇ ਆਉਂਦੇ ਆ ਜਿਨ੍ਹਾਂ ਦਾ ਮਕਸਦ ਸਿਰਫ ਬਾਹਰ ਦੇ ਪਦਾਰਥਾਂ ਨੂੰ ਮੰਗਣਾ ਹੈ, ਜਿਨ੍ਹਾਂ ਦਾ ਮਕਸਦ ਸਿਰਫ ਬਾਹਰ ਸਰੀਰਕ ਤੱਕ ਸੀਮਤ ਹੋ ਕੇ ਆਏ ਤੇ ਸਰੀਰ ਦੀਆਂ ਲੋੜਾਂ ਜਿਹੜੀਆਂ ਸੀ ਉਹ ਮੰਗ ਅੱਗੇ ਰੱਖ ਕੇ ਤੇ ਚਲੇ ਗਏ। ਪਰ ਜਿਨ੍ਹਾਂ ਨੂੰ ਸਮਝ ਆਈ ਕਿ ਅਸੀਂ ਗੁਰਦੁਆਰੇ ਕਿਸ ਵਾਸਤੇ ਆਏ ਹਾਂ, ਕਿਹੜਾ ਲਾਹਾ ਲੈਣ ਵਾਸਤੇ ਆਏ ਹਾਂ, ਉਹਨਾਂ ਨੇ ਫਿਰ ਗੁਰੂ ਸਾਹਿਬ ਅੱਗੇ ਭਾਵਨਾ ਦੀ ਝੋਲੀ ਅੱਗੇ ਕਰਦਿਆਂ ਆਖਿਆ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਉਹਨਾਂ ਆਖਿਆ ਕਿ ਮਾਲਕ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ, ਕਿਛ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵਿਚਾਰ ਕੇ ਸਮਝਿਆ ਕਿ ਲਾਹਾ ਕੀ ਹੈ, ਉਹ ਫਿਰ ਉਹ ਲਾਹਾ ਖੱਟ ਕੇ ਲੈ ਜਾਂਦੇ ਨੇ। ਜਿਨ੍ਹਾਂ ਨੇ ਬਾਣੀ ਨੂੰ ਪੜ੍ਹ ਕੇ ਵਿਚਾਰਿਆ, ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਇਲਾ। ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਹੈ ਕਿ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਆਹ ਲਾਹਾ ਹੈ ਜਿਹੜਾ ਨਾਲ ਸਾਡੇ ਨਿਭ ਜਾਏ, ਜਿਹੜਾ ਇੱਥੇ ਰਹਿ ਜਾਣਾ ਉਹ ਕਾਹਦਾ ਲਾਹਾ ਹੈ। ਜਿਹੜਾ ਸਾਡੀ ਜਿੰਦ ਦੇ ਨਾਲ ਨਿਭਣਾ ਉਹ ਲਾਹਾ ਅਸਲ ਦੇ ਵਿੱਚ ਹੈ ਜਿਹੜਾ ਅਸੀਂ ਖੱਟਣ ਵਾਸਤੇ ਆਏ ਆ। ਇਸੇ ਲਈ ਕਬੀਰ ਸਾਹਿਬ ਨੇ ਕਿਹਾ ਸੀ ਕਿ ਜੋ ਤਨ ਦੇ ਤਲ ਉੱਤੇ ਲਾਹਾ ਤੂੰ ਖੱਟਦਾ ਪਿਆ, ਇਹ ਤਨ ਤੇ ਇੱਥੇ ਹੀ ਰਹਿ ਜਾਣਾ, ਇਹਤੇ ਨਾਲ ਹੀ ਕੋਈ ਨਹੀਂ ਜਾਣਾ। ਕਬੀਰ ਸਾਹਿਬ ਕੀ ਕਰੀਏ, ਕਬੀਰ ਇਹ ਤਨ ਜਾਹੇਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਕਬੀਰ ਇਹ ਤਨ ਜਾਹੇਗਾ, ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੈ ਗੁਣ ਗਾਏ। ਕਬੀਰ ਜੀ ਕਹਿੰਦੇ ਆ ਵੀ ਇਹਨੂੰ ਇਸ ਮਾਰਗ ਤੇ ਲਾ ਜਿਸ ਮਾਰਗ ਤੇ ਤੁਰਿਆ ਤੂੰ ਜ਼ਿੰਦਗੀ ਦਾ ਲਾਹਾ ਖੱਟ ਸਕੇ। ਉਹਦੇ ਲਈ ਕੀ ਕਰੀਏ, ਗੁਰਮੁਖਾਂ ਦੀ ਸੰਗਤ ਕਰ ਤੇ ਮਾਲਕ ਦੇ ਗੁਣ ਗਾ, ਜਿਹਦੇ ਨਾਲ ਤੇਰਾ ਆਚਰਣ ਜਿਹੜਾ ਹੈ ਉਹ ਸਾਫ਼ ਸੁਥਰਾ ਹੋ ਸਕੇ, ਤੇਰੀ ਮੱਤ ਉੱਚੀ ਹੋਵੇ ਤੇ ਤੂੰ ਆਪਣੇ ਜੀਵਨ ਦਾ ਲਾਹਾ ਖੱਟ ਕੇ ਜਾਵੇਂ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰ ਵਿਚਾਰ, ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲ ਕੇ ਵਿਚਾਰ ਕੀਤੀ ਤੇ ਵਿਚਾਰ ਕੇ ਜਿਨ੍ਹਾਂ ਨੂੰ ਸਮਝ ਆਈ, ਉਹਨਾਂ ਨੂੰ ਸਮਝ ਕੀ ਆਈ, ਜਗ ਮੈਂ ਲਾਹਾ ਏਕ ਨਾਮ। ਇਸ ਜਗਤ ਦੇ ਵਿੱਚ ਜੇ ਅਸਲ ਵਿੱਚ ਕੁਝ ਲਾਹਾ ਖੱਟਣ ਵਾਲਾ ਹੈ ਤੇ ਉਹ ਏਕ ਨਾਮ, ਇੱਕ ਸੱਚਾ ਨਾਮ।
ਇੱਕ ਅਕਾਲ ਪੁਰਖ ਪਰਮੇਸ਼ਵਰ ਦਾ ਸੱਚਾ ਨਾਮ ਜਪ ਮਨ ਸਤਨਾਮ ਸਦਾ, ਸਤਨਾਮ ਸਦਾ, ਹਰ ਵੇਲੇ ਹਮੇਸ਼ਾ। ਇੱਕ ਸੱਚੇ ਨਾਮ ਦਾ ਤੂੰ ਅਭਿਆਸ ਕਰ ਤੇ ਸੱਚੇ ਨਾਮ ਦੀ ਹੀ ਮੰਗ ਜਿਹੜੀ ਆ ਅੱਗੇ ਰੱਖ ਕਿ ਮਾਲਕ ਜੀ ਮੰਗਣ ਵਾਸਤੇ ਤਾਂ ਬਹੁਤ ਕੁਝ ਹੈ। ਮੰਗਣਾ ਮੰਗਣ ਨੀਕਾ ਹਰ ਜਸ, ਗੁਰ ਤੇ ਮੰਗਣਾ, ਮੰਗਣ ਨੂੰ ਤੇ ਬਹੁਤ ਕੁਛ ਪਿਆ। ਸਾਰੀ ਜ਼ਿੰਦਗੀ ਸਾਡੀ ਮੰਗਣ ਤੇ ਲੰਘ ਜਾਂਦੀ ਹੈ। ਆਖਾਂ ਮੰਗਹਿ ਦੇ ਦੇ ਦਾਤ ਕਰੇ, ਦਾਤਾਰ ਆਖ ਰਹੇ ਹਾਂ, ਮੰਗ ਰਹੇ ਹਾਂ, ਦਾਤਾਰ ਦਾਤਾਂ ਦੇ ਵੀ ਰਿਹਾ। ਪਰ ਅਸੀਂ ਇਹ ਦੇਖੀਏ ਵੀ ਜੋ ਹੁਣ ਤੱਕ ਮੰਗਦੇ ਆਏ ਹਾਂ ਤੇ ਜੋ ਹੁਣ ਤੱਕ ਪਾਇਆ ਉਹਦੇ ਵਿੱਚੋਂ ਅਸੀਂ ਲੈ ਕੇ ਨਾਲ ਕੀ ਜਾਣਾ ਹੈ। ਸਰੀਰ ਇੱਥੇ ਰਹਿ ਜਾਣਾ ਹੈ, ਸਰੀਰ ਦੀਆਂ ਲੋੜਾਂ ਹੀ ਪੂਰੀਆਂ ਕਰਨ ਲਈ ਮੰਗਦੇ ਰਹੇ। ਪਰ ਹੁਣ ਸਮਝ ਆਈ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਵਿਚਾਰ ਕੇ ਵੇਖਿਆ ਤਾਂ ਸਮਝ ਆਈ ਕਿ ਇੱਕ ਨਾਮ ਹੀ ਅਸਲ ਲਾਹਾ ਹੈ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ, ਇਹ ਧਨ ਸਾਰ ਆ ਹੈ ਜੋ ਲਾਹਾ ਅਸੀਂ ਖੱਟ ਕੇ ਲੈ ਜਾਣਾ ਹੈ। ਇਸ ਲਈ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਇੱਕ ਨਾਮ ਦੀ ਕਮਾਈ ਕੀਤੀ, ਉਹਨਾਂ ਨੇ ਸੱਚ ਨੂੰ ਪਛਾਣਿਆ, ਉਹਨਾਂ ਨੇ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਆਪਣੇ ਅੰਦਰ ਸੱਚ ਨੂੰ ਹਿਰਦੇ ਵਿੱਚ ਧਾਰਨ ਕੀਤਾ ਔਰ ਉਸ ਹਰ ਸਮੇਂ ਫਿਰ ਸੁਖੀ ਰਹਿੰਦੇ ਨੇ। ਉਹਨਾਂ ਦਾ ਮਨ ਕਦੇ ਵੀ ਡਾਵਾਂ ਡੋਲ ਨਹੀਂ ਹੁੰਦਾ, ਉਹ ਕਦੇ ਚਿੰਤਤ ਨਹੀਂ ਹੁੰਦੇ, ਕਦੇ ਵੀ ਪਰੇਸ਼ਾਨੀਆਂ ਵਿੱਚ ਨਹੀਂ ਘਿਰਦੇ, ਸਦਾ ਸੁਖੀ ਰਹਿੰਦੇ ਹਨ। ਸੱਚ ਵਖਰ ਲਾਦੀਐ, ਲਾਭ ਸਦਾ ਸੱਚ ਰਾਸ, ਸਾਚੀ ਦਰਗਹ ਬੈਸਈ, ਭਗਤ ਸੱਚੀ ਅਰਦਾਸ, ਪਤ ਸਿਉ ਲੇਖਾ ਨਿਬੜੈ, ਰਾਮ ਨਾਮ ਪ੍ਰਗਾਸ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ 7ਵੇਂ ਪਦੇ ਵਿੱਚ ਕਿਰਪਾ ਕੀਤੀ। ਸਾਚੋ ਵਖਰ ਲਾਦੀਐ, ਜੇ ਪਤਾ ਲੱਗ ਗਿਆ ਵੀ ਲਾਹਾ ਏਕ ਨਾਮ, ਫਿਰ ਇੱਕ ਨਾਮ ਸੱਚੇ ਨਾਮ ਦੇ ਨਾਲ ਜੁੜ ਕੇ ਸੱਚੇ ਨਾਮ ਦਾ ਜਿਹੜਾ ਸੌਦਾ ਹੈ ਲਾਦੀ ਹੈ, ਉਹਨੂੰ ਲੱਦ ਲਓ, ਭਾਵ ਇਕੱਠਾ ਕਰ ਲਓ, ਸੰਭਾਲ ਲਓ। ਜਿਹੜਾ ਸੱਚਾ ਨਾਮ ਹੈ ਇਹ ਸੱਚੇ ਨਾਮ ਦਾ ਸੌਦਾ ਸੰਭਾਲ ਲਓ। ਇਹੀ ਸਾਡੇ ਵਾਸਤੇ ਲਾਭ ਹੈ, ਇਹੀ ਸਾਡੇ ਵਾਸਤੇ ਉਹ ਰਾਸ ਪੂੰਜੀ ਹੈ ਜਿਹੜੀ ਸਾਡੇ ਨਾਲ ਜਾਣੀ ਹੈ। ਨਹੀਂ ਤੇ ਕਬੀਰ ਸਾਹਿਬ ਨੇ ਆਖਿਆ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਸਾਰੀ ਜ਼ਿੰਦਗੀ ਇਹੀ ਮਾਣ ਕਰਦੇ ਰਹੇ ਵੀ ਮੇਰੇ ਕੋਲ ਲੱਖਾਂ ਦੀ ਪੂੰਜੀ ਹੈ, ਮੇਰੇ ਕੋਲ ਲੱਖਾਂ ਦੀ ਕਰੋੜਾਂ ਦੀ ਪੂੰਜੀ ਹੈ, ਰਾਸ ਪੂੰਜੀ ਮੇਰੇ ਕੋਲ ਕਰੋੜਾਂ ਦੀ ਪੂੰਜੀ ਹੈ। ਪਰ ਜਿਸ ਦਿਨ ਵੇਖੋ ਬੰਦਾ ਚੱਲਿਆ ਚਾਹੋਂ ਜਣਿਆਂ ਦੇ ਕੰਨ ਤੇ ਉੱਥੇ ਕਰੋੜਾਂ ਦੀ ਪੂੰਜੀ ਕਿੱਥੇ ਗਈ, ਉੱਥੇ ਲੱਖਾਂ ਦੀ ਪੂੰਜੀ ਕਿੱਥੇ ਗਈ। ਉੱਥੇ ਤੇ ਪੈਰ ਦੇ ਵਿੱਚ ਇੱਕ ਸਧਾਰਨ ਜਿਹਾ ਜੋੜਾ ਪਾਉਣਾ ਵੀ ਨਸੀਬ ਨਹੀਂ ਹੋਇਆ, ਇੱਕ ਸਧਾਰਨ ਜਿਹੀ ਜੁੱਤੀ ਵੀ ਪੈਰ ਵਿੱਚ ਪਾਉਣੀ ਨਸੀਬ ਨਹੀਂ ਹੋਈ। ਸਾਰੀ ਜ਼ਿੰਦਗੀ ਉਸ ਰਾਸ ਪੂੰਜੀ ਦਾ ਮਾਣ ਕਰਦਾ ਰਿਹਾ ਕਿ ਮੈਂ ਲੱਖਪਤੀ ਹਾਂ, ਮੈਂ ਕਰੋੜਪਤੀ ਹਾਂ, ਮੈਂ ਅਰਬਪਤੀ ਹਾਂ। ਪਰ ਜਿੱਦਣ ਦੁਨੀਆ ਤੋਂ ਚੱਲਿਆ ਤੇ ਅਰਬਾਂ ਦੀ ਪੂੰਜੀ ਇੱਥੇ ਰਹਿ ਗਈ, ਆਪ ਸਰੀਰ ਛੱਡ ਕੇ ਤੁਰ ਗਿਆ। ਪਰ ਜਿਹੜਾ ਸਰੀਰ ਛੱਡ ਕੇ ਤੁਰਿਆ ਜੀਵ ਅੰਦਰੋਂ, ਉਹਦੇ ਪੱਲੇ ਕੀ ਸੀ? ਉਹਦੇ ਪੱਲੇ ਕੱਖ ਵੀ ਨਹੀਂ। ਇਸ ਲਈ ਗੁਰਮਤ ਨੇ ਧਨਵੰਤ ਕਿਹਨੂੰ ਕਿਹਾ? ਜਿਹੜੇ ਨਾਮ ਦੇ ਵਣਜਾਰੇ ਨੇ, ਜਿਹੜੇ ਨਾਮ ਦੇ ਵਪਾਰੀ ਨੇ, ਉਹਨਾਂ ਨੂੰ ਧਨਵੰਤ ਕਿਹਾ। ਭਾਵੇਂ ਬਾਹਰੋਂ ਕੋਈ ਹੀਰੇ ਦਾ ਵਪਾਰੀ ਹੋਵੇ, ਕੋਈ ਸੋਨੇ ਦਾ ਵਪਾਰੀ ਹੋਵੇ, ਹੀਰੇ ਦਾ ਕੀਮਤੀ ਰਤਨਾਂ ਦਾ ਵਪਾਰੀ ਹੋਵੇ, ਮਹਾਰਾਜ ਕਹਿੰਦੇ ਨਹੀਂ, ਜਿੱਦਣ ਦੁਨੀਆ ਤੋਂ ਜਾਣਾ ਇਹ ਕੀਮਤੀ ਰਤਨ ਵੀ ਇੱਥੇ ਰਹਿ ਜਾਣੇ ਆ। ਜੇ ਅਸਲ ਵਿੱਚ ਕੋਈ ਧਨਵੰਤ ਹੈ, ਕੋਈ ਕੁਲਵੰਤ ਪਤਵੰਤ, ਕੁੱਲ ਵਾਲਾ ਪਤ ਵਾਲਾ ਹੈ, ਤੇ ਉਹ ਹੈ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਵਾਲਾ। ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕੀਮਤੀ ਇੱਕ ਪੱਥਰ ਦਿੱਤਾ ਸੀ ਲਾਲ ਦੇ ਰੂਪ ਵਿੱਚ, ਤੇ ਸਾਲਸ ਰਾਹੇ ਜੌਹਰੀ ਨੂੰ ਸਮਝ ਆ ਗਈ ਸੀ
ਕਿ ਅੱਜ ਤੱਕ ਮੈਂ ਬੜੇ ਹੀਰੇ ਮੋਤੀ ਦੇਖੇ ਆ, ਬੜੇ ਕੀਮਤੀ ਲਾਲ ਵੇਖੇ ਨੇ, ਪਰ ਆਹ ਜਿਹੜਾ ਦੇਖਿਆ ਇਹਦੀ ਚਮਕ ਹੀ ਵੱਖਰੀ ਹੈ। ਤੇ ਇੱਕੋ ਗੱਲ ਆਖੀ ਸੀ, ਕਹਿੰਦੇ ਭਾਈ ਇਹ ਜਿਹੜਾ ਤੂੰ ਕੀਮਤੀ ਲਾਲ ਲੈ ਕੇ ਆਇਆ ਕਿਹਦੇ ਹੱਥਾਂ ਚੋਂ ਲੈ ਕੇ ਆਇਆ? ਕਿਉਂਕਿ ਇਹ ਚਮਕ ਇਹਦੀ ਆਪਣੀ ਨਹੀਂ ਹੈ, ਇਹ ਚਮਕ ਉਹਦੀ ਹੈ ਜਿਹਦੇ ਹੱਥਾਂ ਤੋਂ ਤੂੰ ਲੈ ਕੇ ਆਇਆ। ਆਖਿਆ ਉਹ ਧੰਨ ਗੁਰੂ ਨਾਨਕ ਸਾਹਿਬ। ਤੇ ਜਦੋਂ ਸਾਲਸ ਰਾਏ ਜੋਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਇਆ ਤੇ ਇੱਕੋ ਗੱਲ ਆਖੀ ਸੀ, ਮਹਾਰਾਜ ਹੁਣ ਤੱਕ ਬਾਹਰ ਦਾ ਹੀ ਜੌਹਰੀ ਹਾਂ, ਹੁਣ ਮੈਨੂੰ ਅੰਦਰ ਦਾ ਵੀ ਜੌਹਰੀ ਬਣਾਓ। ਤੇ ਜਿੱਦਣ ਅੰਦਰ ਦਾ ਵੀ ਬਣਾਇਆ ਸੀ ਤੇ ਸਤਿਗੁਰੂ ਜੀ ਨੇ ਸਮਝਾ ਦਿੱਤਾ ਵੀ ਆਹ ਹੈ ਅਸਲ ਵਿੱਚ ਲਾਹਾ ਜਿਹੜਾ ਅੰਦਰੋਂ ਖੱਟਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਾਚੋ ਵਖਰ ਲਾਦੀ ਹੈ, ਲਾਭ ਸਦਾ ਸੱਚ ਰਾਸ। ਇਹ ਵਾਲਾ ਲਾਭ ਜਿਹੜਾ ਹੈ ਇਹ ਤੁਹਾਡੇ ਅਖੀਰ ਔੜਕ ਤੱਕ ਨਾਲ ਨਿਭਣ ਵਾਲਾ ਹੈ। ਇਸ ਲਈ ਸੱਚੀ ਰਾਸ, ਸੱਚੀ ਪੂੰਜੀ ਨੂੰ ਸੰਭਾਲਣ ਦਾ ਯਤਨ ਕਰੋ। ਸਾਚੀ ਦਰਗਾਹ ਬੈਸਈ, ਇਹ ਸੱਚ ਦੀ ਪੂੰਜੀ ਨਾਲ ਤੁਹਾਨੂੰ ਸੱਚ ਦੀ ਦਰਗਾਹ ਰੱਬ ਜੀ ਦੇ ਘਰ ਵਿੱਚ ਬੈਠਣਾ ਨਸੀਬ ਹੋਏਗਾ। ਉੱਥੇ ਤੁਹਾਨੂੰ ਢੋਈ ਮਿਲ ਜਾਏਗੀ, ਥਾਂ ਮਿਲ ਜਾਏਗੀ ਮਾਲਕ ਦੇ ਘਰ ਦੇ ਵਿੱਚ। ਇਸ ਲਈ ਸੱਚੀ ਅਰਦਾਸ ਕਰੋ, ਭਗਤੀ ਵਾਲੀ ਅਰਦਾਸ। ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਾਸ, ਸਾਚੀ ਦਰਗਾਹ ਬੈਸਈ ਭਗਤ ਸੱਚੀ ਅਰਦਾਸ। ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਭਗਤੀ ਵਾਲੀ ਸੱਚੀ ਅਰਦਾਸ ਵਿੱਚ ਜੁੜੋ। ਤੁਹਾਡੇ ਅੰਦਰ ਇਹ ਅਰਦਾਸ ਹੋਵੇ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਭਗਤ ਸੱਚੀ ਅਰਦਾਸ। ਮਹਾਰਾਜ ਕਹਿੰਦੇ ਆਹ ਸੱਚੀ ਅਰਦਾਸ ਵਿੱਚ ਜੁੜੋ, ਕਿਉਂਕਿ ਭਗਤੀ ਦੀ ਦਾਤ ਮੰਗੋਗੇ, ਆਹ ਰਾਸ ਪੂੰਜੀ ਜਿਹੜੀ ਲੈ ਕੇ ਤੁਰੋਗੇ ਤੇ ਅੱਗੇ ਮਾਲਕ ਦੇ ਘਰ ਵਿੱਚ ਥਾਂ ਮਿਲ ਜਾਏਗੀ। ਤੇ ਜੇ ਕੂੜ ਦਾ ਸੌਦਾ ਲੈ ਕੇ ਚੱਲਾਂਗੇ ਤੇ ਸਾਹਿਬ ਜੀ ਕਹਿੰਦੇ ਫਿਰ ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਅੱਗੇ ਥਾਂ ਹੀ ਕੋਈ ਨਹੀਂ ਮਿਲਣੀ, ਅੱਗੇ ਜਗ੍ਹਾ ਹੀ ਕੋਈ ਨਹੀਂ ਮਿਲਣੀ। ਫਿਰ ਨਾ ਘਰ ਦਾ ਰਿਹਾ ਨਾ ਘਾਟ ਦਾ ਰਿਹਾ, ਨਾ ਹੁਣ ਲੋਕ ਵਿੱਚ ਕਹਿੰਦੇ ਆ ਥਾਂ, ਨਾ ਪਰਲੋਕ ਵਿੱਚ ਥਾਂ, ਭਟਕਦਾ ਪਿਆ। ਸਾਹਿਬ ਕਹਿੰਦੇ ਨੇ ਜਿਹਨੇ ਗੁਰੂ ਦੇ ਰਾਹੀਂ ਵਿਚਾਰ ਕੇ ਸੱਚੇ ਨਾਮ ਦਾ ਸੌਦਾ ਇਕੱਠਾ ਕੀਤਾ, ਉਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਕਿਉਂਕਿ ਸਾਚੀ ਦਰਗਾਹ ਬੈਸਈ, ਉਹ ਫਿਰ ਉਸ ਮਾਲਕ ਦੇ ਘਰ ਵਿੱਚ ਉਹਨੂੰ ਥਾਂ ਮਿਲਦੀ ਹੈ। ਇਸ ਲਈ ਭਗਤ ਸੱਚੀ ਅਰਦਾਸ ਜਾਂ ਭਗਤੀ ਸੱਚੀ ਅਰਦਾਸ, ਜਿਹੜੀ ਸੱਚੀ ਅਰਦਾਸ ਹੈ ਉਹ ਭਗਤੀ ਵਾਲੀ ਹੁੰਦੀ ਹੈ। ਅਰਦਾਸ ਕਰੋ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਆ ਅਰਦਾਸ ਸੱਚੀ ਹੈ। ਜਦੋਂ ਇਹ ਅਰਦਾਸ ਕਰਾਂਗੇ ਤੇ ਭਗਤੀ ਦਾ ਖਜ਼ਾਨਾ ਮਿਲੇਗਾ, ਰਾਸ ਪੂੰਜੀ ਮਿਲੇਗੀ। ਫਿਰ ਕੀ ਹੋਏਗਾ? ਪਤ ਸਿਉ ਲੇਖਾ ਨਿਬੜੈ। ਫਿਰ ਸਾਡਾ ਜਿਹੜਾ ਲੇਖਾ ਨਿਬੜਨਾ ਇੱਜ਼ਤ ਨਾਲ ਨਿਬੜਨਾ। ਸਾਡਾ ਕਈ ਵਾਰੀ ਨਾ ਦੋ ਧਿਰਾਂ ਦੇ ਵਿੱਚ ਜਦੋਂ ਨਿਬੇੜਾ ਹੁੰਦਾ ਤੇ ਅਸੀਂ ਕਹਿੰਦੇ ਆ ਵੀ ਇੱਜ਼ਤ ਨਾਲ ਨਿਬੜ ਗਿਆ, ਮਾਣ ਸਨਮਾਨ ਦੇ ਨਾਲ ਨਿਬੜ ਗਿਆ। ਪਰ ਕਈ ਵਾਰੀ ਅਸੀਂ ਕਹਿੰਦੇ ਆ ਵੀ ਬੜਾ ਔਖਾ ਨਿਬੇੜਾ ਹੋਇਆ, ਬੜੀ ਬੇਇੱਜ਼ਤੀ ਕਰਵਾ ਕੇ ਗਏ ਨੇ। ਦੋ ਸ਼ਬਦ ਆਪਾਂ ਵਰਤਦੇ ਆ, ਇੱਕ ਵਰਤਦੇ ਆ ਵੀ ਬੜਾ ਸੁੱਖ ਨਾਲ ਆਰਾਮ ਨਾਲ ਨਿਬੇੜਾ ਹੋ ਗਿਆ, ਬੜੀ ਇੱਜ਼ਤ ਨਾਲ ਸਤਿਕਾਰ ਨਾਲ ਨਿਬੇੜਾ ਹੋ ਗਿਆ। ਪਰ ਇੱਕ ਨਿਬੇੜਾ ਉਹ ਹੈ ਅਸੀਂ ਕਹਿੰਦੇ ਬੜਾ ਔਖਾ ਹੋਇਆ, ਆਪਣੀ ਇੱਜ਼ਤ ਗਵਾ ਕੇ ਹੀ ਗਏ ਨੇ, ਬਣਾ ਕੇ ਨਹੀਂ ਗਏ। ਆਪਣੀ ਇੱਜ਼ਤ ਨੂੰ ਗਵਾ ਕੇ ਨਿਬੇੜਾ ਤਾਂ ਹੋਇਆ, ਪਰ ਨਿਬੇੜਾ ਹੋਇਆ ਕਿਵੇਂ? ਇੱਜ਼ਤ ਗਵਾ ਕੇ। ਇਸ ਲਈ ਸਾਹਿਬ ਕਹਿੰਦੇ ਪਤ ਸਿਉ ਲੇਖਾ ਨਿਬੜੈ, ਇੱਜ਼ਤ ਨਾਲ। ਇੱਜ਼ਤ ਨਾਲ ਤੁਹਾਡਾ ਲੇਖਾ ਨਿਬੜ ਜਾਏਗਾ। ਕਿੱਥੇ ਨਿਬੜਨਾ? ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਤੇ ਜਿਹੜੇ ਤੇਰੇ ਕੋਲ ਭਗਤੀ ਦੀ ਪੂੰਜੀ ਹੋਏਗੀ, ਸੱਚੀ ਰਾਸ ਹੋਏਗੀ, ਸੱਚਾ ਸੌਦਾ ਹੋਏਗਾ, ਤੇ ਫਿਰ ਇੱਜ਼ਤ ਨਾਲ ਨਿਬੜ ਜਾਏਗਾ। ਇਸ ਲਈ ਸਾਹਿਬ ਜੀ ਕਹਿੰਦੇ RAM ਨਾਮ ਪਰਗਾਸ। ਆਪਣੇ ਅੰਦਰ ਪਰਮੇਸ਼ਵਰ, RAM ਦਾ ਅਰਥ ਹੈ ਰਮਿਆ ਹੋਇਆ ਪਰਮੇਸ਼ਵਰ, ਕਰਤਾਰ।
ਉਹ ਜਿਹੜਾ ਕਰਤਾ ਕਰਤਾਰ ਹੈ, ਉਹਦੇ ਨਾਮ ਦਾ ਪ੍ਰਕਾਸ਼ ਆਪਣੇ ਅੰਦਰ ਕਰੋ, ਉਹਦੇ ਨਾਮ ਦਾ ਚਾਨਣ ਆਪਣੇ ਅੰਦਰ ਕਰੋ। ਕਿਵੇਂ ਹੋਏਗਾ? ਗੁਰੂ ਦੇ ਰਾਹੀਂ। ਗੁਰੂ ਦਾ ਅਰਥ ਹੀ ਇਹ ਹੈ ਜਿਹੜਾ ਤੁਹਾਡੇ ਰੂਹ ਵਿੱਚ ਪ੍ਰਕਾਸ਼ ਕਰ ਦੇ। ਗੁਰੂ ਦਾ ਅਰਥ ਹੀ ਇਹ ਹੈ ਜਿਹੜਾ ਤੁਹਾਡੀ ਰੂਹ ਵਿੱਚ, ਰਾਤ ਵੀ ਜ਼ਿਕਰ ਕੀਤਾ ਕਿ ਗੁਰੂ ਨੇ ਰੂਹ ਵਿੱਚ ਪ੍ਰਕਾਸ਼ ਕਰਨਾ ਹੈ, ਕਿਉਂਕਿ ਬਾਹਰ ਤਾਂ ਚਾਨਣ ਸਾਡੇ ਕੋਲ ਬਹੁਤ ਹੈ, ਬਾਹਰ ਦੇ ਚਾਨਣ ਦੀ ਲੋੜ ਨਹੀਂ ਸਾਨੂੰ। ਬਾਹਰ ਤੇ ਚਾਨਣ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਰਾਤ ਤਾਂ ਦਿਲ ਵਿੱਚ ਹੈ, ਹਨੇਰਾ ਤੇ ਦਿਲ ਵਿੱਚ ਹੈ। ਹੁਣ ਦਿਲ ਵਿੱਚ ਕੀ ਹੈ? ਸਾਡੀ ਰੂਹ ਵਸਦੀ ਹੈ, ਤੇ ਜਿਹੜਾ ਦਿਲ ਵਿੱਚ ਰੂਹ ਵਿੱਚ ਪ੍ਰਕਾਸ਼ ਕਰਨਾ ਹੈ ਉਹ ਗੁਰੂ ਨੇ ਕਰਨਾ ਹੈ। ਗੁਰੂ ਤੋਂ ਬਿਨਾਂ ਤੁਹਾਡੀ ਰੂਹ ਵਿੱਚ ਪ੍ਰਕਾਸ਼ ਕੋਈ ਨਹੀਂ ਕਰ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਸ ਲਈ ਕਹਿੰਦੇ ਆ ਗੁਰੂ ਦੇ ਰਾਹੀਂ ਸੱਚੇ ਨਾਮ ਦਾ ਪ੍ਰਕਾਸ਼ ਆਪਣੇ ਅੰਦਰ ਕਰੋ। ਜਿਨ੍ਹਾਂ ਨੇ ਕੀਤਾ ਪਤ ਸਿਉ ਲੇਖਾ ਨਿਬੜੈ, ਉਹਨਾਂ ਦੇ ਲੇਖੇ ਇੱਜ਼ਤ ਦੇ ਨਾਲ ਨਿਬੜ ਜਾਂਦੇ ਹਨ। ਉੱਚਾ ਉੱਚੋ ਆਖੀਐ, ਕਹੋ ਨਾ ਦੇਖਿਆ ਜਾਏ। ਜਹ ਦੇਖਾ ਤਹ ਏਕ ਤੂੰ, ਸਤਿਗੁਰ ਦੀਆ ਦਿਖਾਏ। ਜੋਤ ਨਿਰੰਤਰ ਜਾਣੀਐ, ਨਾਨਕ ਸਹਿਜ ਸੁਭਾਏ। ਹੇ ਕਰਤਾ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ, ਉੱਚਾ ਉੱਚੋ ਆਖੀ ਹੈ। ਆਖੀ ਜਾਂਦੇ ਆ ਸਾਰੇ ਹੀ ਵੀ ਉਹ ਬੜਾ ਉੱਚਾ ਹੈ, ਬੜਾ ਉੱਚਾ ਹੈ। ਕਹੋ ਨਾ ਦੇਖਿਆ ਜਾਏ, ਕਿਤੇ ਦਿਖਦਾ ਤੇ ਹੈ ਨਹੀਂ। ਸਾਰੇ ਹੀ ਕਹਿੰਦੇ ਆ ਉਹ ਬੜਾ ਉੱਚਾ ਹੈ, ਬੜਾ ਉੱਚਾ ਹੈ, ਬੜਾ ਉੱਚਾ ਹੈ। ਕਹੋ ਕਿਸੇ ਵੀ ਥਾਂ ਤੇ ਨਾ ਦੇਖਿਆ ਜਾਏ। ਮੈਂ ਜਿਹੜੀ ਅੱਖ ਨਾਲ ਵੇਖਦਾ ਮੈਨੂੰ ਤੇ ਕਿਤੇ ਵੀ ਨਹੀਂ ਦਿਸਦਾ ਪਿਆ। ਜਹ ਦੇਖਾ ਤਾਂ ਏਕ ਤੂੰ, ਸਤਿਗੁਰ ਦੀਆ ਦਿਖਾਏ। ਸਤਿਗੁਰ ਨੇ, ਰਾਰੇ ਨੂੰ ਸਿਹਾਰੀ, ਸਤਿਗੁਰ ਨੇ ਜਿਨ੍ਹਾਂ ਨੂੰ ਦਿਖਾ ਦਿੱਤਾ। ਹੁਣ ਜਿਹੜੀਆਂ ਨਿਰੀਆਂ ਗੱਲਾਂ ਕਰਨ ਵਾਲੇ ਸਨ, ਉਹ ਨਿਰੀਆਂ ਗੱਲਾਂ ਕਰਨ ਵਾਲੇ ਕਹਿੰਦੇ ਰੱਬ ਬੜਾ ਉੱਚਾ ਹੈ, ਬੜਾ ਉੱਚਾ ਹੈ, ਪਰ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਦਿਸਦਾ ਤੇ ਕਿਤੇ ਵੀ ਨਹੀਂ ਪਿਆ। ਸਭ ਕਹਿੰਦੇ ਜਿਹਨੂੰ ਸਤਿਗੁਰੂ ਨੇ ਦਿਖਾਇਆ, ਸਤਿਗੁਰੂ ਨੇ ਆਪਣੀ ਨਜ਼ਰ ਨਾਲ, ਗਿਆਨ ਦੀ ਅੱਖ ਨਾਲ ਦਿਖਾਉਣਾ ਹੈ। ਅਸੀਂ ਆਏ ਹਾਂ ਅਗਿਆਨਤਾ ਦੇ ਹਨੇਰੇ ਵਿੱਚ। ਸਤਿਗੁਰੂ ਕਹਿੰਦੇ ਆ ਮੈਂ ਤੈਨੂੰ ਗਿਆਨ ਦੀ ਅੱਖ ਵਿੱਚ ਦਿਖਾਵਾਂ। ਪਰ ਗੁਰੂ ਸਾਹਿਬ ਨਾਲ ਨਜ਼ਰ ਵੀ ਤੇ ਮਿਲਾਉਣੀ ਪੈਣੀ ਹੈ। ਪਰ ਨਜ਼ਰ ਨਾਲ ਨਜ਼ਰ ਤਾਂ ਹੀ ਮਿਲੇਗੀ ਜੇ ਅਸੀਂ ਅੰਦਰੋਂ ਸੱਚੇ ਹੋਵਾਂਗੇ। ਦੁਨੀਆ ਵਿੱਚ ਵੀ, ਸਮਾਜ ਵਿੱਚ ਵੀ ਅਸੀਂ ਨਜ਼ਰ ਨਾਲ ਨਜ਼ਰ ਤਾਂ ਹੀ ਮਿਲਾ ਸਕਦੇ ਹਾਂ ਜੇ ਮਨ 'ਚ ਖੋਟ ਨਹੀਂ ਹੋਏਗੀ। ਜੇ ਅੰਦਰ ਸੱਚਾ ਹੋਏਗਾ ਤੇ ਅਸੀਂ ਨਜ਼ਰ ਮਿਲਾ ਕੇ ਸਮਾਜ ਨਾਲ ਵੇਖ ਸਕਦੇ ਹਾਂ। ਜੇ ਮਨ ਵਿੱਚ ਖੋਟ ਹੋਏਗੀ ਨਜ਼ਰ ਮਿਲਾਉਣੀ ਔਖੀ ਹੋ ਜਾਂਦੀ ਹੈ। ਸਤਿਗੁਰੂ ਨਾਲ ਨਜ਼ਰ ਮਿਲਾਉਣੀ ਹੈ। ਹੁਣ ਅਸੀਂ ਅਗਿਆਨਤਾ ਨਾਲ ਭਰੇ ਹਾਂ, ਗੁਰੂ ਗਿਆਨ ਦਾ ਸੋਮਾ ਹੈ। ਸਤਿਗੁਰੂ ਜੀ ਪਹਿਲਾਂ ਸਾਨੂੰ ਆਪਣੇ ਲੜ ਲਾ ਕੇ ਆਪਣੇ ਜੋਗਾ ਤਾਂ ਬਣਾ ਲਓ ਤੁਸੀਂ। ਹਮੇ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ, ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਬਾਲੀ। ਸਤਿਗੁਰੂ ਜੀ ਪਹਿਲਾਂ ਗਿਆਨ ਦਾ ਪੱਲਾ ਪਕੜਾਓ, ਫਿਰ ਅਸੀਂ ਤੁਹਾਡੀ ਨਜ਼ਰ ਨਾਲ ਜਦੋਂ ਨਜ਼ਰ ਮਿਲਾਵਾਂਗੇ, ਫਿਰ ਤੁਹਾਡੀ ਨਜ਼ਰ ਸਾਡੀ ਨਜ਼ਰ ਵਿੱਚ ਮਿਲੇਗੀ। ਫਿਰ ਪਤਾ ਲੱਗੇਗਾ ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤਹੋਂ ਨਾ ਜਾਈ। ਜੈ ਜੈ ਵੇਖੋ, ਕਹਿੰਦੇ ਫਿਰ ਮੈਂ ਜਿੱਧਰ ਜਿੱਧਰ ਵੀ ਦੇਖਾਂਗਾ ਉਹ ਦਿਸ ਪਏਗਾ। ਪਰ ਕਿਵੇਂ ਦਿਸੇਗਾ? ਗੁਰੂ ਨੇ ਦਿਖਾਇਆ ਜਦੋਂ ਗਿਆਨ ਦੀ ਰੋਸ਼ਨੀ ਵਿੱਚ। ਗੁਰੈ ਦਿਖਾਇਓ ਲੋਏ ਨਾ, ਇਤੈ ਉਤੈ ਘਟ 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 ਤੂੰ ਹੀ ਮੋਹੇ ਨਾ। ਜਦੋਂ ਗੁਰੂ ਨੇ ਗਿਆਨ ਦੀ ਅੱਖ ਨਾਲ ਵਿਖਾਇਆ ਤਾਂ ਉਹ ਦਿਸ ਪਿਆ। ਨਹੀਂ ਤੇ ਗੱਲਾਂ ਵਿੱਚ ਉੱਚਾ ਉੱਚੋ ਆਖੀਏ, ਕਹੋ ਨਾ ਦੇਖਿਆ ਜਾਏ। ਪਰ ਜਦੋਂ ਅਸੀਂ, ਕਿਉਂਕਿ ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਬਣਨਾ। ਇੱਥੇ ਮੁਰਦਾ ਬਣ ਕੇ ਮੁਰੀਦ ਹੋਣਾ ਪੈਣਾ ਹੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਓ ਆਓ ਹਮਾਰੇ ਪਾਸ। ਮਾਰੇ ਕਹਿੰਦੇ ਇਦਾਂ ਆ, ਫਿਰ ਤੈਨੂੰ ਮੈਂ ਗਿਆਨ ਦੀ ਰੋਸ਼ਨੀ 'ਚ ਦਿਖਾਉਣਾ। ਫਿਰ ਸਤਿਗੁਰ ਦੀਆ ਦਿਖਾਏ। ਸਤਿਗੁਰ ਨੇ ਜਿਨ੍ਹਾਂ ਨੂੰ ਦਿਖਾਇਆ
ਜਹ ਦੇਖਾਂ ਤਹ ਏਕ ਤੂੰ, ਫਿਰ ਇੱਕੋ ਹੀ ਦਿਸਦਾ, ਫਿਰ ਕੋਈ ਦੂਆ ਤੀਆ ਚੌਥਾ ਨਹੀਂ ਦਿਸਦਾ, ਇੱਕੋ ਹੀ ਫਿਰ ਦਿਸਦਾ ਅਕਾਲ ਪੁਰਖ ਪਰਮੇਸ਼ਵਰ, ਜੋਤ ਨਿਰੰਤਰ ਜਾਣੀਐ। ਉਹਦੀ ਜਿਹੜੀ ਰੱਬੀ ਜੋਤ ਹੈ ਉਹ ਨਿਰੰਤਰ ਹਰ ਇੱਕ ਦੇ ਅੰਦਰ ਹੈ। ਫਿਰ ਪਤਾ ਲੱਗਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਸਭ ਕਹਿੰਦੇ ਨਿਰੰਤਰ ਉਹ ਵਰਤ ਰਿਹਾ ਹੈ, ਨਾਨਕ ਸਹਿਜ ਸੁਭਾਏ। ਉਹਨੂੰ ਪਾਉਣ ਵਾਸਤੇ ਤੁਹਾਨੂੰ ਸੋ ਭਾਏ, ਤੁਹਾਨੂੰ ਸੁਭਾਅ ਪਿਆਰ ਵਾਲਾ ਬਣਾਉਣਾ ਪੈਣਾ ਹੈ। ਤੁਹਾਡੇ ਅੰਦਰ ਪਿਆਰ ਵਾਲਾ ਸੁਭਾਅ ਹੋਵੇ, ਈਰਖਾ ਤੇ ਨਫ਼ਰਤ ਵਾਲਾ ਸੁਭਾਅ ਨਾ ਹੋਵੇ। ਇਸ ਲਈ ਜਿਨ੍ਹਾਂ ਨੇ ਪਿਆਰ ਵਾਲਾ ਸੁਭਾਅ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਾਇਆ, ਉਹਨਾਂ ਅੰਦਰ ਸਹਿਜ ਆ ਗਿਆ। ਫਿਰ ਉਹ ਸਹਿਜ ਦੇ ਵਿੱਚ ਚੌਥੀ ਅਵਸਥਾ, ਜਿੱਥੇ 3 ਗੁਣਾਂ ਤੋਂ ਉੱਪਰ ਉੱਠਿਆ ਜਾਂਦਾ ਹੈ, ਰਜ ਗੁਣ, ਤਮ ਗੁਣ, ਸਤ ਗੁਣ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਤਿਗੁਰੂ ਦੇ ਰਾਹੀਂ ਉਸ ਕਾਦਰ ਤੇ ਕਰਤੇ ਦੀ ਪ੍ਰਾਪਤੀ ਜਿਹੜੀ ਹੈ ਉਹ ਕਰ ਲਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ 8 ਪਦੀਆਂ ਵਾਲੇ ਪਾਵਨ ਸ਼ਬਦ ਵਿੱਚ ਕਿਰਪਾ ਕਰਦੇ ਨੇ। ਫਿਰ ਰਹਾਉ ਵਾਲੀ ਪੰਕਤੀ ਵੱਲ ਆ ਜਾਈਏ। ਹਰ ਜੀਓ ਤੂੰ ਕਰਤਾ ਕਰਤਾਰ, ਹੇ ਮੇਰੇ ਮਾਲਕ ਜੀ ਤੂੰ ਹੀ ਕਰਤਾ ਹੈ, ਤੂੰ ਹੀ ਸਾਰੇ ਸੰਸਾਰ ਦਾ ਕਰਤਾਰ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਵੇਂ ਤੂੰ ਰੱਖ। ਹਰ ਨਾਮ ਮਿਲੇ ਆਚਾਰ। ਅਸੀਂ ਤੇ ਬਸ ਇੱਕੋ ਬੇਨਤੀ ਕਰਦੇ ਹਾਂ ਕਿ ਸਾਡਾ ਆਚਰਣ ਸਾਫ਼ ਸੁਥਰਾ ਰਵੇ, ਸਾਡੀ ਮੱਤ ਉੱਚੀ ਰਵੇ, ਸਾਡੇ ਅੰਦਰ ਬੁਰਾਈਆਂ ਦਾ ਪ੍ਰਭਾਵ ਨਾ ਪਵੇ। ਬਸ ਜਿੰਨਾ ਚਿਰ ਸਵਾਸ ਚੱਲੇ ਤੇਰਾ ਨਾਮ ਮਿਲਦਾ ਰਵੇ, ਤੇਰੇ ਨਾਮ ਦੀ ਬਖਸ਼ਿਸ਼ ਅੰਦਰ ਵਰਤਦੀ ਰਵੇ। ਬਾਕੀ ਜਿਵੇਂ ਤੁਹਾਨੂੰ ਭਾਉਂਦਾ ਹੈ ਤਿਵੇਂ ਤੁਸੀਂ ਸਾਨੂੰ ਰੱਖ ਲਓ। ਇਹ ਸਿਰਫ ਪੰਕਤੀ ਵਿੱਚ ਕਿਹਾ ਨਹੀਂ, ਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਪੰਕਤੀ ਦੇ ਆਧਾਰ ਤੇ ਆਪਣਾ ਜੀਵਨ ਹੰਢਾ ਤੇ ਵਰਤਾ ਕੇ ਵੀ ਦਿਖਾਇਆ ਹੈ। ਕਿਉਂਕਿ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਉਹ ਪੋਹ ਦੇ ਦਿਨ ਤੇ ਪੋਹ ਦੀਆਂ ਰਾਤਾਂ ਨੇ। ਜਦੋਂ ਇਹ 6 ਪੋਹ ਦੀ ਰਾਤ ਆਉਂਦੀ ਹੈ ਤੇ 13 ਪੋਹ ਤੱਕ, ਇਹਨਾਂ ਦਿਨਾਂ ਵਿੱਚ ਹਰ ਇੱਕ ਗੁਰੂ ਕਾ ਪਿਆਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਨਾਲ ਜੁੜ ਜਾਂਦਾ ਹੈ। ਪਿਆਰ ਵਾਲਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਸਰਸਾ ਦਰਿਆ, ਚਮਕੌਰ ਸਾਹਿਬ ਔਰ ਉਹ ਸਰਹੰਦ ਫਤਿਹਗੜ੍ਹ ਸਾਹਿਬ, ਉਹਨਾਂ ਦੀਵਾਰ ਨੀਹਾਂ ਤੱਕ ਦੀ ਸੁਰਤ ਜੁੜ ਜਾਂਦੀ ਹੈ ਕਿ ਮੇਰੇ ਮਾਲਕਾ ਸਿਰਫ ਕਿਹਾ ਨਹੀਂ ਕਿ ਜਿਉਂ ਭਾਵੈ ਤਿਉਂ ਰਾਖ। ਜਿਵੇਂ ਉਸ ਮਾਲਕ ਨੇ ਪਾਇਆ ਤਿਵੇਂ ਉਹਨੇ ਰੱਖਿਆ ਤੇ ਉਹਦੇ ਵਿੱਚ ਰਹਿ ਕੇ ਹਰ ਕਦਮ ਸ਼ੁਕਰਾਨਾ ਅਕਾਲ ਪੁਰਖ ਦਾ ਕੀਤਾ। ਇਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਰ ਕਦਮ ਤੇ ਸ਼ੁਕਰਾਨਾ ਕੀਤਾ, ਰੋਸ ਨਹੀਂ ਕੀਤਾ, ਉਲਾਂਭਾ ਨਹੀਂ ਦਿੱਤਾ, ਹਰ ਕਦਮ ਤੇ ਸ਼ੁਕਰਾਨਾ ਕੀਤਾ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਹੇ ਖੜੋਵਣਾ। ਕੱਲ ਵੀ ਆਪ ਜੀ ਨੇ ਭਾਈ ਸਾਹਿਬ ਪਾਸੋਂ ਵਿਚਾਰ ਸਰਵਣ ਕੀਤੀ ਕਿ ਕਿਵੇਂ ਗੁਰੂ ਸਾਹਿਬ ਮਹਾਰਾਜ ਜੀ ਨੇ ਧਰਮ ਦਾ ਸਤਿਕਾਰ ਕਰਦਿਆਂ, ਜਿਨ੍ਹਾਂ ਨੇ ਧਰਮ ਦੇ ਵਾਸਤੇ ਪਾਏ ਸਨ, ਕਿ ਮਹਾਰਾਜ ਜੀ ਆ ਆਟੇ ਦੀ ਗਊ, ਅਸੀਂ ਇਹਨੂੰ ਮਾਤਾ ਕਹਿੰਦੇ ਹਾਂ, ਗਊ ਮਾਤਾ ਵਾਸਤਾ ਪਾਉਂਦੇ ਹਾਂ, ਆਨੰਦਪੁਰ ਸਾਹਿਬ ਛੱਡ ਜਾਓ। 8 ਮਹੀਨੇ ਹੋ ਗਏ ਘੇਰਾ ਪਾਇਆਂ ਨੂੰ। ਅਸੀਂ ਕੁਰਾਨ ਸ਼ਰੀਫ ਦੀਆਂ ਆਇਤਾਂ ਜਿਹੜੀਆਂ ਨੇ ਲਿਖ ਕੇ ਲਿਆਏ ਆ। ਇਹ ਸਾਡਾ ਧਰਮ ਹੈ ਜਿਹਨੂੰ ਅਸੀਂ ਮੰਨਦੇ ਹਾਂ। ਅਸੀਂ ਵਾਸਤਾ ਪਾ ਕੇ ਕਹਿੰਦੇ ਹਾਂ ਆਨੰਦਪੁਰ ਸਾਹਿਬ ਛੱਡ ਦਿਓ। ਸਤਿਗੁਰੂ ਮਹਾਰਾਜ ਨੇ ਭਾਣਾ ਵੀ ਵਰਤਾ ਕੇ ਵਿਖਾਇਆ ਕਿ ਇਹ ਮੁਕਰ ਜਾਣ ਵਾਲੇ ਨੇ। ਇੱਕ ਗੱਲ ਹੋਰ ਕੱਲ ਵੀ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨਾਂ ਵਿੱਚੋਂ ਦੀ 26 ਨੰਬਰ ਬਚਨ ਕਿ ਜਿਹੜਾ ਧਰਮ ਦੇ ਨਾਮ ਤੇ ਕਸਮਾਂ ਖਾਂਦਾ ਨਾ, ਕਦੇ ਵਿਸ਼ਵਾਸ ਨਾ ਕਰਿਓ, ਕਿਉਂਕਿ ਧਰਮ ਦੇ ਨਾਮ ਤੇ ਕਸਮ ਖਾਣ ਵਾਲਾ ਕਦੇ ਸੱਚਾ ਨਹੀਂ ਹੁੰਦਾ। ਅਸੀਂ ਕਿਹੜਾ ਘੱਟ ਹਾਂ? ਜਦੋਂ ਕੋਈ ਗੱਲ ਹੋਵੇ ਨਾ, ਚਲੋ ਜੀ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਕਸਮ ਖਾਂਦੇ ਆ, ਚਲੋ ਜੀ, ਤੇ ਮਹਾਰਾਜ ਕਹਿੰਦੇ ਕਸਮਾਂ ਖਾਣ ਵਾਲਾ ਹੈ ਹੀ ਝੂਠਾ, ਉਹਦੇ ਤੇ ਵਿਸ਼ਵਾਸ ਕੋਈ ਨਹੀਂ ਕਰਨਾ। ਸਤਿਗੁਰੂ ਜੀ ਨੇ ਉਹ ਖੇਡ ਵਰਤਾ ਕੇ ਦਿਖਾਈ ਸੀ ਆਨੰਦਪੁਰ ਸਾਹਿਬ ਦੇ ਕਿਲੇ। ਖੈਰ ਸਰਸਾ ਦਰਿਆ ਤੱਕ ਆਉਂਦਿਆਂ ਜੋ ਕੱਲ ਸ਼ਹੀਦੀ ਹੋਈ ਸੀ,
ਭਾਈ ਜੀਵਨ ਸਿੰਘ ਜੈਤਾ, ਭਾਈ ਜੈਤਾ ਜੀ ਰੰਗ ਰੇਟਾ ਗੁਰੂ ਕਾ ਬੇਟਾ, ਜਿਨ੍ਹਾਂ ਨੂੰ ਖਿਤਾਬ ਦਿੱਤਾ ਸੀ ਮਹਾਰਾਜ ਨੇ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਏ। ਭਾਈ ਜੈਤਾ ਰੰਗ ਰੇਟਾ ਗੁਰੂ ਕਾ ਬੇਟਾ, ਇਹ ਖੰਡੇ ਦੀ ਪੌਲ ਲੈ ਕੇ ਭਾਈ ਜੀਵਨ ਸਿੰਘ ਬਣ ਗਏ ਸਨ। ਝੰਖੀਆਂ ਪਿੰਡ ਦੇ ਵਿੱਚ 100 ਦੇ ਕਰੀਬ ਸਿੰਘਾਂ ਦੇ ਨਾਲ ਜਦੋਂ ਝੜਪ ਹੋਈ ਤੇ ਭਾਈ ਜੀਵਨ ਸਿੰਘ ਤੇ 100 ਦੇ ਕਰੀਬ ਸਿੰਘ ਕੱਲ ਸ਼ਹੀਦ ਹੋਏ। ਦੂਜੇ ਪਾਸੇ ਸ਼ਾਹੀ ਟਿੱਬੀ ਕੀਰਤਪੁਰ ਸਾਹਿਬ ਕੋਲ ਭਾਈ ਉਦੈ ਸਿੰਘ, 50 ਦੇ ਕਰੀਬ ਸਿੰਘ, ਇਹਨਾਂ ਦੇ ਨਾਲ ਜਥਾ ਸੀ 50 ਸਿੰਘਾਂ ਦਾ, ਝੜਪ ਹੋਈ, ਇਹ 50 ਦੇ ਸਿੰਘ ਤੇ ਭਾਈ ਉਦੈ ਸਿੰਘ ਸ਼ਹੀਦ ਹੋ ਗਏ। ਦਰਿਆ ਅੰਮ੍ਰਿਤ ਵੇਲਾ ਸੀ ਤੇ ਮਹਾਰਾਜ ਨੇ ਕਿਹਾ ਵੀ ਨਹੀਂ, ਪਹਿਲਾਂ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਦਾ ਅਭਿਆਸ ਕਰੋ। ਤੇ ਜਦੋਂ ਵੀ ਇਹ ਜ਼ਿਕਰ ਆਉਂਦਾ, ਰਾਤ ਵੀ ਇਹ ਬੇਨਤੀਆਂ ਕੀਤੀਆਂ, ਅਸੀਂ ਤੇ ਮਾੜਾ ਜਿਹਾ ਮੂੰਹ ਹਿਲਾ ਦਿੰਦੇ ਹਾਂ ਜੀ, ਰਾਤ ਦੇਰੀ ਹੋ ਗਈ ਸੀ, ਸਵੇਰੇ ਉੱਠਿਆ ਨਹੀਂ ਗਿਆ। ਰਾਤ ਅਸੀਂ ਵਿਆਹ ਤੇ ਗਏ ਸੀ, ਸਵੇਰੇ ਉੱਠਿਆ ਨਹੀਂ ਗਿਆ, ਨਿਤਨੇਮ ਨਹੀਂ ਹੋਇਆ। ਪਰ ਇੱਥੇ ਦੇਖੋ, ਉਹ ਸਿੰਘ ਦਰਿਆ ਦੇ ਕਿਨਾਰੇ ਬੈਠੇ ਆ ਜਿਹੜੇ ਕਈ ਦਿਨ ਹੋ ਗਏ ਕੁਝ ਦਾਣਾ ਪਾਣੀ ਨਹੀਂ ਛਕਿਆ, ਭੁੱਖਣ ਭਾਣੇ ਨੇ। ਔਰ ਬਰਫੀਲੀਆਂ ਹਵਾਵਾਂ ਅੱਧੀ ਰਾਤ ਨੂੰ ਬਰਫੀਲੀਆਂ ਹਵਾਵਾਂ ਨੂੰ ਚੀਰਦੇ ਹੋਏ ਆ ਰਹੇ ਨੇ। ਔਰ ਹੱਥਾਂ ਤੇ ਜ਼ਖਮ ਵੀ ਹੋ ਚੁੱਕੇ ਨੇ ਉਹਨਾਂ ਦੇ ਪੈਰਾਂ ਤੇ, ਪਰ ਬੈਠੇ ਨੇ ਦਰਿਆ ਦੇ ਕਿਨਾਰੇ ਤੇ, ਨਿਤਨੇਮ ਦਾ ਪਾਠ ਹੋ ਰਿਹਾ ਹੈ, ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ। ਮਹਾਰਾਜ ਨੇ ਕਿਹਾ ਘੋੜੇ ਠੱਲ ਦਿਓ ਅਰਦਾਸ ਕਰਕੇ। ਅਰਦਾਸ ਕੀ ਸੀ ਕਿ ਮਾਲਕ ਜੀ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਹੇ ਖੜੋਬਣਾ। ਜਦੋਂ ਘੋੜੇ ਠੱਲੇ ਆ, ਬਰਸਾਤ ਵੀ ਇੰਨੀ ਹੈ, ਦਰਿਆ ਵੀ ਇੰਨਾ ਚੜਿਆ, ਤੇ ਉਹਦਾ ਪਾਣੀ ਦਾ ਜ਼ੋਰ ਕਿੰਨਾ ਹੋਏਗਾ ਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ, ਉਦੋਂ 5 ਤੇ 700 ਦੇ ਕਰੀਬ ਸਿੰਘ ਦਾ ਜਥੇ ਨੇ ਨਾਲ। ਤੇ ਜਦੋਂ ਦਰਿਆ ਪਾਰ ਕਰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ। ਅੱਜ ਸ਼ਹੀਦੀ ਦਾ ਦਿਨ ਹੈ, ਅੱਜ 22 ਤਰੀਕ, ਅੱਜ ਦੇ ਦਿਨ ਸ਼ਹਾਦਤ ਹੁੰਦੀ ਹੈ। ਇਹ ਰੋਪੜ ਵਾਲੇ ਪਾਸੇ ਨੂੰ ਤੇ ਭਾਈ ਮਨੀ ਸਿੰਘ ਜੀ ਮਾਤਾ ਜੀ ਨੂੰ ਲੈ ਕੇ ਦਿੱਲੀ ਵਾਲੇ ਪਾਸੇ ਨੂੰ, ਕਿਉਂਕਿ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਦਾ ਰਸਤਾ ਪਤਾ ਸੀ। ਭਾਈ ਲੱਖੀ ਸ਼ਾਹ ਵਣਜਾਰਾ, ਇਹਨਾਂ ਦੀ ਧੀ ਭਾਈ ਮਨੀ ਸਿੰਘ ਜੀ ਦੇ ਨਾਲ ਵਿਆਹੀ ਹੋਈ ਹੈ। ਔਰ ਇੱਧਰ ਤੀਸਰਾ ਪਾਸਾ ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਜੋ ਕੁੰਮੇ ਮਾਸ਼ਕੀ ਦੇ ਘਰ ਤੱਕ ਦਾ ਸਫ਼ਰ ਕਰਦੇ ਆ। ਜਦੋਂ ਇਹ ਬਾਕੀ ਦਰਿਆ ਦੇ ਵਿੱਚ ਰੁੜ ਜਾਂਦੇ ਨੇ, ਜਦੋਂ ਗਏ ਕਹਿੰਦੇ ਕੋਟਲਾ ਨਿਹੰਗ ਖਾਂ ਦੇ ਘਰ, ਇੱਥੇ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਹੁੰਦੀ ਹੈ, ਕਿਉਂਕਿ ਰੋਪੜ ਵਾਲੇ ਪਾਸੇ ਭਾਈ ਬਚਿੱਤਰ ਸਿੰਘ ਦਾ ਜਥਾ ਸੀ। ਇਹਨਾਂ ਦੇ ਨਾਲ ਜਦੋਂ ਇਹਨਾਂ ਵੈਰੀਆਂ ਦੀ ਝੜਪ ਹੋਈ ਤੇ ਕਾਫੀ ਜ਼ਖਮੀ ਹੋ ਗਏ ਸਨ। ਇਹ ਜ਼ਖਮੀ ਹੋਏ ਭਾਈ ਬਾਬਾ ਅਜੀਤ ਸਿੰਘ ਇਹਨਾਂ ਨੂੰ ਘੋੜੇ ਤੇ ਲਿਟਾ ਕੇ ਲੈ ਕੇ ਆਏ ਤੇ ਇੱਥੇ ਫਿਰ ਇਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ। ਮੱਲਮ ਪੱਟੀ ਤਾਂ ਭਾਵੇਂ ਕੀਤੀ, ਪਰ ਉਹ ਵੀ ਸ਼ਹੀਦੀ ਦਾ ਜਾਮ ਪੀ ਗਏ। ਉੱਥੇ ਜਵਾਨ ਧੀ, ਰਾਤ ਬੇਨਤੀ ਕੀਤੀ ਸੀ ਕਿ ਜਵਾਨ ਧੀ ਸੀ ਮੁਮਤਾਜ। ਸਾਨੂੰ ਅੱਜ ਦੀਆਂ ਧੀਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਜਵਾਨ ਧੀ ਸੀ। ਜਦੋਂ ਸਿਪਾਹੀ ਆਏ ਨਾ ਇਹਦੇ ਘਰ, ਤੇ ਇਹਨੇ ਕੀ ਕੀਤਾ, ਆਪਣੀ ਧੀ ਨੂੰ ਆਖਿਆ ਜਾ ਭਾਈ ਬਚਿੱਤਰ ਸਿੰਘ ਦੇ ਮੰਜੇ ਕੋਲ ਬਹਿ ਜਾ ਕੇ, ਤੇ ਬਾਹਰੋਂ ਕੁੰਡਾ ਲਾ ਦਿੱਤਾ। ਸਿਪਾਹੀ ਆਏ, ਤਲਾਸ਼ੀ ਲੈਣ ਲੱਗੇ, ਸਾਨੂੰ ਪਤਾ ਲੱਗਾ ਤੇਰੇ ਘਰ ਗੁਰੂ ਗੋਬਿੰਦ ਸਿੰਘ ਆਏ ਆ। ਉਹਨੇ ਆਖਿਆ ਤਲਾਸ਼ੀ ਲੈ ਲਓ। ਜਦੋਂ ਇਹ ਕਮਰਾ ਖੋਲਣ ਲੱਗੇ ਨਾ, ਤੇ ਇਹਨੇ ਆਖਿਆ, ਕਹਿੰਦਾ ਇਹ ਕਮਰਾ ਨਾ ਖੋਲੋ, ਮੇਰੀ ਧੀ ਤੇ ਮੇਰਾ ਜਵਾਈ ਅੰਦਰ ਬੈਠਾ ਹੈ। ਉਹਨੇ ਧੀ ਨੇ ਸੁਣ ਲਿਆ, ਸਿਪਾਹੀ ਚਲੇ ਗਏ ਤੇ ਜਦੋਂ ਕੁੰਡਾ ਖੋਲਿਆ ਤੇ ਕਹਿਣ ਲੱਗੀ, ਅੱਬੂ ਜਾਨ ਇੱਕ ਮੇਰੇ ਤੇ ਮਿਹਰ ਕਰੀ, ਮੇਰਾ ਨਿਕਾਹ ਨਾ ਹੁਣ ਕਿਸੇ ਨਾਲ ਕਰੀ। ਮੈਂ ਅੱਜ ਤੋਂ ਬਾਅਦ ਕਿਸੇ ਵੱਲ ਵੀ ਨਹੀਂ ਤੱਕਣਾ, ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੇ ਨਾਮ ਤੇ ਕੱਟਣੀ ਹੈ। ਉਹਨੇ ਆਖਿਆ ਇਹ ਤੇ ਜ਼ਖਮੀ ਹੈ, ਇਹਦਾ ਪਤਾ ਕੋਈ ਨਹੀਂ ਕਦੋਂ ਸ਼ਹੀਦ ਹੋ ਜਾਏ। ਕਹਿਣ ਲੱਗੀ ਨਹੀਂ ਅੱਬੂ ਜਾਨ, ਮੈਂ ਸਾਰੀ ਜ਼ਿੰਦਗੀ ਤੇਰੇ ਬਚਨਾਂ ਤੇ ਫੁੱਲ ਚੜਾਵਾਂਗੀ। ਤੇ ਉਹਨਾਂ ਘਰਾਂ ਵਿੱਚ ਦੇਖੋ ਜਿੱਥੇ ਮਾਪੇ ਰੋਂਦੇ ਆ, ਜਿੱਥੇ ਬਾਬਲ ਕਹਿੰਦਾ ਧੀਏ ਘਰ ਛੱਡ ਕੇ ਨਾ ਜਾ, ਮੇਰੀ ਇੱਜ਼ਤ ਰੱਖ ਲੈ, ਮੇਰੀ ਪੱਗ ਦੀ ਇੱਜ਼ਤ ਰੱਖ ਲੈ। ਤੇ ਧੀ ਨਾ ਬਾਬਲ ਦੀ ਇੱਜ਼ਤ ਰੱਖਦੀ ਆ, ਨਾ ਉਹਦੀ ਪੱਗ ਦੀ,
ਤੇ ਉਹਦੀ ਇੱਜ਼ਤ ਨੂੰ ਰੋਲ ਕੇ ਤੁਰ ਜਾਂਦੀ ਹੈ। ਪਰ ਮੁਮਤਾਜ ਇੱਕ ਇਸਲਾਮ ਧਰਮ ਦੇ ਪਰਿਵਾਰ ਵਿੱਚੋਂ, ਉਹਨੇ ਆਖਿਆ ਅੱਬੂ ਜਾਨ ਮੈਂ ਤੇਰੇ ਬਚਨਾਂ ਤੇ ਫੁੱਲ ਚੜਾਵਾਂਗੀ, ਤੇਰੀ ਇੱਜ਼ਤ ਮੈਨੂੰ ਪਿਆਰੀ ਆ, ਮੈਂ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੇ ਨਾਮ ਤੇ ਕੱਟਾ। ਔਰ ਕੱਟੀ ਵੀ ਹੈ। ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ। ਇਹ ਇੱਕ ਬੜੀ ਵੱਡੀ ਮਿਸਾਲ ਹੈ ਉਸ ਮੁਮਤਾਜ ਦੀ। ਸਦੀਆਂ ਤੱਕ ਨਾਮ ਰਹੇਗਾ ਜਿਨੇ ਆਪਣੇ ਅੱਬੂ ਆਪਣੇ ਪਿਤਾ ਦੇ ਬਚਨਾਂ ਤੇ ਫੁੱਲ ਚੜਾਇਆ ਹੈ। ਸਤਿਗੁਰੂ ਜੀ ਪਿੰਡਾਂ ਵਿੱਚੋਂ ਹੁੰਦਿਆਂ ਚਮਕੌਰ ਸਾਹਿਬ ਦੀ ਗੜੀ ਕੱਚੀ ਹਵੇਲੀ, ਇਹ ਭਾਈ ਬੁੱਧੀ ਚੰਦ ਦੀ ਸੀ। ਜਦੋਂ ਇੱਥੇ ਆਏ ਬੁੱਧੀ ਚੰਦ ਨੇ ਆਖਿਆ ਮਹਾਰਾਜ ਮੇਰੇ ਘਰ ਚੱਲੋ। ਸਭ ਕਹਿੰਦੇ ਤੇਰੇ ਘਰ ਨਹੀਂ, ਇਹ ਤੇਰੀ ਕੱਚੀ ਹਵੇਲੀ ਮੈਨੂੰ ਚਾਹੀਦੀ ਹੈ। ਉਹਨੇ ਆਖਿਆ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ। ਮੇਰਾ ਮਾਲਕਾ ਆ ਵੀ ਤੇਰਾ ਹੈ ਤੇ ਉਹ ਘਰ ਵੀ ਤੇਰਾ ਹੈ। ਸਤਿਗੁਰੂ ਜੀ ਨੇ ਦਰਵਾਜ਼ੇ ਖੋਲ ਦਿੱਤੇ ਉਸ ਕੱਚੀ ਹਵੇਲੀ ਦੇ। ਜਦੋਂ ਦਰਵਾਜ਼ਾ ਖੋਲ੍ਹਿਆ ਮਹਾਰਾਜ ਜੀ ਚਲੋ ਅੰਦਰ। ਸਾਹਿਬ ਨੇ ਘੋੜਾ ਰੋਕ ਲਿਆ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ। ਸਿੰਘਾਂ ਨੇ ਪੁੱਛਿਆ ਮਹਾਰਾਜ ਅੰਦਰ ਨਹੀਂ ਜਾਂਦੇ। ਸਤਿਗੁਰੂ ਮਹਾਰਾਜ ਕਹਿੰਦੇ ਚੱਲਦੇ ਆ। ਪਹਿਲਾਂ ਇੱਥੇ ਦੀ ਇੱਕ ਆਵਾਜ਼ ਹੈ ਕਿ ਜਿਸ ਕਿੱਤੇ ਮੈਂ ਕਹਤੇ ਥੇ ਜਾਣਾ ये वही है। कहने लगे कल लुट के जिस जगह से जाना ये वही है, जहां बच्चों को कटाना ये वही है। ये कच्ची हवेली दी मट्टी कहती है, चमकौर पिंड दा नाम है। कहते ने मट्टी भी कह देती है गुरु गोबिंद सिंह ठिकाना ये वही है। ये वो ठिकाना है जिथे कल जदों आ जिहड़ा अज दा सूरज चढ़ना ਤੇ ਜਿੱਥੇ ਤੁਸੀਂ ਆਪਣੇ ਪੁੱਤਰਾਂ ਸਮੇਤ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖਣਾ ਹੈ। ਆ ਕੱਲ ਜਿਹੜੀ ਰਾਤ ਲੰਘ ਕੇ ਗਈ ਹੈ ਨਾ, ਸ਼ਾਮ ਵੇਲੇ ਹਵੇਲੀ ਵਿੱਚ ਆਏ, ਕੱਚੀ ਹਵੇਲੀ ਜਿਹਨੂੰ ਜੇ ਢਾਉਣ ਲੱਗੇ ਤੇ ਸਮਾਂ ਨਹੀਂ ਸੀ, ਅੱਖ ਦੇ ਝਮਕਦਿਆਂ ਇਹ ਢਹਿ ਸਕਦੀ ਸੀ। ਪਰ ਅੱਜ ਅੰਦਰ ਕੌਣ ਆ ਗਿਆ? ਉਹ ਆ ਗਿਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸੋਦਰ ਦਾ ਪਾਠ ਕੀਤਾ, ਸੋਹਲੇ ਦੀ ਬਾਣੀ ਦਾ ਭੋਜਨ ਛਕਿਆ, ਕਿਉਂਕਿ ਹੋਰ ਤਾਂ ਕੋਈ ਨਹੀਂ ਸੀ ਛਕਣ ਨੂੰ। ਉੱਥੇ ਰਾਤ ਪਈ। ਉਧਰੋਂ ਬਾਹਰੋਂ ਚਾਰੇ ਪਾਸੇ ਤੋਂ ਘੇਰੇ ਪੈ ਰਹੇ ਆ। ਸੂਬਾ ਸਰਹੰਦ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਆਇਆ ਹੈ। ਦਿਲਾਵਰ ਖਾਂ ਆਪਣੀ ਫੌਜ ਲੈ ਕੇ ਆਇਆ ਹੈ। ਨਾਰ ਖਾਂ ਆਪਣੀ ਫੌਜ ਲੈ ਕੇ ਆਇਆ ਹੈ। ਖਵਾਜਾ ਮਰਦੂਦ ਆਪਣੀ ਫੌਜ ਲੈ ਕੇ ਆਇਆ। ਵੱਖ-ਵੱਖ ਸੂਬਿਆਂ ਤੋਂ ਸੂਬੇਦਾਰ, ਬੜੇ ਬੜੇ ਜਰਨੈਲ ਜਿਹੜੇ ਨੇ ਆਪਣੀ ਆਪਣੀ ਫੌਜ ਲੈ ਕੇ ਆਏ, ਜਿਨ੍ਹਾਂ ਦੀ ਲੱਖਾਂ ਦੀ ਗਿਣਤੀ ਬਣ ਜਾਂਦੀ ਹੈ। 10 ਲੱਖ ਦੇ ਕਰੀਬ, ਲੱਖਾਂ ਦੀ ਗਿਣਤੀ ਵਿੱਚ ਘੇਰਾ ਪੈਂਦਾ ਹੈ ਚਮਕੌਰ ਸਾਹਿਬ ਨੂੰ। ਉਸ ਪਿੰਡ ਨੂੰ ਘੇਰਾ ਪੈਂਦਾ ਹੈ ਕਿਉਂਕਿ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ 40 ਕੋ ਸਿੰਘ ਨੇ ਤੇ ਉਹਨਾਂ ਨੂੰ ਮਿਟਾਉਣਾ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਰਾਤ ਜਿਹੜੇ ਘੋੜਿਆਂ ਦੀਆਂ ਕਾਠੀਆਂ ਨੇ ਉਹਨਾਂ ਦੇ ਸਰਾਣੇ ਬਣਾ ਕੇ ਗੁਰੂ ਕੇ ਪਿਆਰੇ ਆਰਾਮ ਕਰਦੇ, ਕਿਉਂਕਿ ਇੱਕ ਮਮਟੀ ਹੈ ਉਹਦੇ ਉੱਤੇ ਉੱਚਾ ਥਾਂ ਬਣਿਆ। ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਪਹਿਰਾ ਦਿੰਨੇ ਆ, ਤੁਸੀਂ ਆਰਾਮ ਕਰੋ। ਸਾਹਿਬ ਕਹਿੰਦੇ ਨਹੀਂ, ਅੱਜ ਰਾਤ ਮੈਨੂੰ ਜਾਗ ਲੈਣ ਦਿਓ, ਤੁਸੀਂ ਆਰਾਮ ਕਰੋ, ਕਿਉਂਕਿ ਪਤਾ ਸੀ ਨਾ ਕੱਲ ਦਾ ਸੂਰਜ ਕੀ ਰੰਗ ਲਿਆਏਗਾ। ਸਾਹਿਬ ਕਹਿੰਦੇ ਤੁਸੀਂ ਆਰਾਮ ਕਰੋ, ਅੱਜ ਮੈਂ ਜਾਗਣਾ ਹੈ। ਕਹਿੰਦੇ ਨਹੀਂ ਮਹਾਰਾਜ ਤੁਸੀਂ ਆਰਾਮ ਕਰੋ, ਅਸੀਂ ਜਾਗਾਂ। ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਦਰਵਾਜ਼ੇ ਤੇ ਪਹਿਰਾ ਦਿੰਦੇ ਆ ਇਸ ਹਵੇਲੀ ਦੇ। ਬਾਕੀ ਜ਼ਮੀਨ ਉੱਤੇ ਲੇਟ ਗਏ, ਕਿਉਂਕਿ ਅੰਦਰ ਕਿਹੜਾ ਰਜਾਈਆਂ ਤੇ ਕੰਬਲ ਸਨ। ਉਹ ਅੱਤ ਦੀ ਬਰਫੀਲੀ ਰਾਤ ਵੀ ਬੇਨਤੀ ਕੀਤੀ ਕਮ ਸੇ ਕਮ ਇਹਨਾਂ ਦਿਨਾਂ ਵਿੱਚ ਆਪਾਂ ਨਾ ਵੇਖੀਏ ਵੀ ਸਰਦੀ ਘੱਟ ਹੈ ਕਿ ਵੱਧ ਹੈ। ਇਹ ਮਹਿਸੂਸ ਕਰੋ ਕਿ ਇਹ 6 ਪੋਹ ਤੋਂ ਲੈ ਕੇ 13 ਪੋਹ ਤੱਕ ਕੀ ਭਾਣਾ ਵਰਤਾਇਆ ਗੁਰੂ ਤੇ ਗੁਰੂ ਕੇ ਪਿਆਰਿਆਂ ਨੇ। ਜਿਹੜੀਆਂ ਬਰਫੀਲੀਆਂ ਹਵਾਵਾਂ ਚੀਰਦੀਆਂ ਨੇ ਉਹਦੀ ਵੀ ਪਰਵਾਹ ਨਹੀਂ, ਤੇ ਭੁੱਖਣ ਭਾਣੇ ਰਹਿ ਕੇ ਵੀ ਉਸ ਮਾਲਕ ਦਾ ਦਰ ਸਤਿਗੁਰੂ ਦਾ ਪੱਲਾ ਨਹੀਂ ਉਹਨਾਂ ਪਿਆਰਿਆਂ ਨੇ ਛੱਡਿਆ। ਕਹਿੰਦੇ ਨੇ ਉਸ ਵੇਲੇ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਬਣਾ ਕੇ ਜ਼ਮੀਨ ਤੇ ਲੇਟ ਗਏ। ਥੱਕੇ ਹਾਰੇ ਸੀ, ਨੀਂਦ ਆ ਗਈ। ਨਾ ਭੁੱਖ ਨੇ ਸਤਾਇਆ, ਨਾ ਬਰਫੀਲੀ ਠੰਡੀ ਹਵਾ ਨੇ ਜਿਹੜਾ ਸੀ ਉਹ ਸਤਾਇਆ। जब 1.5 घड़ी रात गई जिक्र खुदा में,
खेमे से निकल आए सरकार हवा में। सरकार गुरु गोबिंद सिंह महाराज, शाहे शहनशाह बादशाह दरवेश गुरु गोबिंद सिंह कहते खेमे से निकल आए सरकार हवा में, टहलते थे कदमों से दिल था दुआ में, कह रहे थे ऐ खुदावंद मैं खुश हूं तेरी रजा में। आनंदपुर साहब छुट गया, सरसा दरिया ते परिवार विछड़िया, दो साहबजादे कोल ने, दो लाडले पता नहीं माता जी दे नाल किथे ने, पर फिर भी कहंदे आ खुदावंद मैं खुश हूं तेरी रजा में। इनू कहंदे आ ज्यों ज्यों तेरा हुक्म तिवै त्यों होवना, जै जै रखे आप तै जाए खड़ोवना। कहंदे ने टहलदियां वाहिगुरू 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 करदे करदे ਸਿੰਘਾਂ कोल आए। अद्धी रात दा समा, ਕਿਸੇ ਦੀ ਕੇਸਗੀ ਖੁੱਲੀ ਹੈ, ਕਿਸੇ ਦੇ ਹੱਥਾਂ ਦੇ ਲਹੂ ਜਿਹੜਾ ਉਹ ਠੰਡ ਕਰਕੇ ਜੰਮ ਗਿਆ, ਪੈਰਾਂ ਤੱਕ ਜਿਹੜਾ ਲਹੂ ਸਿਮਦਾ ਸੀ ਉਹ ਵੀ ਜੰਮ ਗਿਆ। ਇੰਨੇ ਪਿਆਰ ਵਿੱਚ ਆਏ, ਕਿਉਂਕਿ ਗੁਰੂ ਕੱਲਾ ਗੁਰੂ ਨਹੀਂ, ਮਾਂ ਵੀ ਹੈ। ਤੇ ਮਾਂ ਦੀ ਅੰਦਰ ਜਦੋਂ ਮਮਤਾ ਜਾਗਦੀ ਹੈ ਨਾ, ਤੇ ਉਹ ਆਪਣੇ ਬੱਚਿਆਂ ਦੇ ਪੈਰ ਤੱਕ ਚੁੰਮ ਲੈਂਦੀ ਹੈ। ਆਪਾਂ ਨੂੰ ਪਤਾ ਹੈ ਘਰ ਛੋਟੇ ਛੋਟੇ ਬੱਚੇ, ਕਈ ਵਾਰੀ ਮਾਂ ਪੈਰ ਪਕੜ ਕੇ ਚੁੰਮਦੀ ਹੈ ਆਪਣੇ ਬੱਚਿਆਂ ਦੀ। ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਉਹ ਮਾਂ ਹੈ ਜਿਹਨੇ ਕਹਿੰਦੇ ਰਾਤ ਸਾਰਿਆਂ ਦੇ ਹੱਥ ਚੁੰਮੇ ਨੇ, ਪੈਰ ਤੱਕ ਵੀ ਮੇਰੇ ਸਤਿਗੁਰੂ ਨੇ ਚੁੰਮੇ, ਕਿ ਇਹ ਉਹ ਪੈਰ ਨੇ ਜਿਨ੍ਹਾਂ ਨੇ ਸਰਦੀ ਦੀ ਪਰਵਾਹ ਨਾ ਕਰਦਿਆਂ, ਦਰਿਆ ਦੀ ਪਰਵਾਹ ਨਾ ਕਰਦਿਆਂ ਮੇਰੇ ਨਾਲ ਨਾਲ ਚੱਲੇ ਨੇ। ਇਹ ਉਹ ਹੱਥ ਨੇ ਜਿਹੜੇ ਸ਼ਸਤਰ ਤੇ ਘੋੜੇ ਦੀ ਲਗਾਮਾਂ ਪਕੜ ਕੇ ਇੱਥੇ ਤੱਕ ਆਏ ਨੇ, ਜਿਨ੍ਹਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਤੁਹਾਡੇ ਨਾਲ ਨਹੀਂ ਤੁਰਨਾ। ਇਹ ਉਹ ਨੇ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੌਣ ਨਾ ਕੀਜੈ। ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਦੇ ਚਿਹਰੇ ਵੱਲ ਵੇਖਿਆ, ਬਾਬਾ ਜੁਝਾਰ ਸਿੰਘ ਜੀ ਦੇ ਚਿਹਰੇ ਵੱਲ ਵੇਖਦੇ ਆ, ਉਸ ਅਕਾਲ ਪੁਰਖ ਦਾ ਸ਼ੁਕਰ ਕਰਦੇ ਨੇ ਕਿ ਇਹ ਅਕਾਲ ਪੁਰਖ ਚਾਰ ਦਿੱਤੇ ਸਨ, ਜੋੜਾ ਉਧਰ ਹੈ ਤੇ ਜੋੜਾ ਇੱਧਰ ਹੈ। ਇਹ ਸਵੇਰੇ ਦਿਨ ਚੜ੍ਹਦਿਆਂ ਆ ਦੋ ਵੀ ਨਾ ਰਹਿਣਗੇ, ਪਰ ਮੈਂ ਫਿਰ ਵੀ ਤੇਰਾ ਸ਼ੁਕਰਾਨਾ ਹੀ ਕਰਾਂਗਾ, ਫਿਰ ਵੀ ਮੇਰੇ ਅੰਦਰੋਂ ਸ਼ੁਕਰਾਨੇ ਦੇ ਬੋਲ ਹੀ ਨਿਕਲਣਗੇ। ਸਾਹਿਬ ਜੀ ਬੈਠੇ ਨੇ ਉਸ ਅਕਾਲ ਪੁਰਖ ਦੀ ਯਾਦ ਵਿੱਚ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਸਾਰਿਆਂ ਨੂੰ ਉਠਾ ਕੇ, ਉੱਥੇ ਕਿਹੜਾ ਇਸ਼ਨਾਨ ਕਰਨਾ ਸੀ, ਉਠਾਇਆ। ਉਹਨਾਂ ਨੇ ਆਪਣੀ ਤਿਆਰੀ ਕੀਤੀ, ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਸੀ ਪਾਈਆਂ, ਬੈਠ ਕੇ ਚੌਂਕੜੇ ਮਾਰ ਕੇ ਨਿੱਤ ਦਾ ਨੇਮ ਕੀਤਾ ਹੈ। ਇਹੀ ਖੁਰਾਕ ਸੀ। ਮਹਾਰਾਜ ਕਹਿੰਦੇ ਆਹ ਛਕ ਲਓ ਜਿੰਨਾ ਭਰ ਕੇ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ ਮੇਰੇ ਭਰ ਭਰਾਵੋ ਮੇਰੇ ਪੁੱਤਰੋ, ਆਹ ਭੋਜਨ ਅੱਜ ਰੱਜ ਕੇ ਖਾਇਓ, ਕਿਉਂਕਿ ਅੱਜ ਜਿਹੜਾ ਅੰਮ੍ਰਿਤ ਵੇਲੇ, ਧਿਆਨ ਦਿਓ, ਅੰਮ੍ਰਿਤ ਵੇਲੇ ਜਿਹੜਾ ਨਿਤਨੇਮ ਕਰ ਲੇਗਾ ਨਾ, ਉਹ ਸਾਰਾ ਦਿਨ ਕਦੇ ਨਹੀਂ ਡੋਲੇਗਾ। ਤੇ ਜਿਹਨੇ ਨਿਤ ਦਾ ਨੇਮ ਕੀਤਾ ਹੀ ਕੋਈ ਨਹੀਂ, ਉਹ ਭਾਵੇਂ ਜਿੰਨੀ ਮਰਜ਼ੀਆਂ ਖੁਸ਼ੀਆਂ ਦਿਨ ਵੇਲੇ ਆ ਜਾਣ, ਉਹ ਫਿਰ ਵੀ ਡੋਲਦਾ ਘਬਰਾਉਂਦਾ ਹੀ ਰਹਿੰਦਾ। ਇਹ ਨਿਤ ਦਾ ਨੇਮ ਹੈ ਜਿਹੜਾ ਸਾਨੂੰ ਡੋਲਣ ਨਹੀਂ ਦਿੰਦਾ। ਕਹਿੰਦੇ ਰੱਜ ਕੇ ਛਕ ਲਓ ਭੋਜਨ, ਕਿਉਂਕਿ ਅੱਜ ਬਾਹਰ ਹਾਹਾਕਾਰ ਮਚੀ ਹੈ। ਆ ਜਿਹੜੇ ਵੈਰੀ ਨੇ ਲਲਕਾਰਾਂ ਮਾਰਦੇ ਪਏ ਨੇ, ਇਹਨਾਂ ਨਾਲ ਜੂਝਣ ਦਾ ਅੱਜ ਸਮਾਂ ਹੈ। ਜਿਹੜੇ ਸਿਪਾਹੀ ਵਾਲੇ ਤੁਹਾਨੂੰ ਗੁਣ ਦਿੱਤੇ ਆ, ਅੱਜ ਉਹ ਵੇਖਣੇ ਆ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਕਹਿੰਦੇ ਪਿਆਰਿਓ ਮੈਦਾਨ ਨਹੀਂ ਛੱਡਣਾ, ਪੁਰਜਾ ਪੁਰਜਾ ਕੱਟ ਮਰੈ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਪਰ ਤੁਸੀਂ ਮੈਦਾਨ ਨਹੀਂ ਛੱਡਣਾ, ਕਿਉਂਕਿ ਅਸੀਂ ਜਰ ਜੋਰੂ ਜ਼ਮੀਨ ਲਈ ਲੜਨ ਨਹੀਂ ਆਏ, ਅਸੀਂ ਦੀਨ ਤੇ ਧਰਮ ਲਈ, ਮਰਿਆਦਾ ਲਈ, ਸੱਚ ਲਈ, ਹੱਕ ਲਈ ਅਸੀਂ ਜੂਝਣ ਆਏ ਹਾਂ। ਤੇ ਜੇ ਜਰ ਜੋਰੂ ਜ਼ਮੀਨ ਲਈ ਲੜਨਾ ਹੁੰਦਾ ਨਾ, ਤੇ ਧਿਆਨ ਰੱਖਿਓ ਔਰੰਗਜ਼ੇਬ ਨੇ ਇੱਕ ਚਿੱਠੀ ਲਿਖੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਵੀ ਤੁਸੀਂ ਦੀਨਾ ਕਾਂਗੜ ਦੇ ਇਲਾਕੇ ਵਿੱਚ ਆ ਜਾਓ, ਮੈਂ ਤੁਹਾਨੂੰ ਉੱਥੇ ਮਿਲਾਂਗਾ, ਜੋ ਚਾਹੋਗੇ ਮੈਂ ਤੁਹਾਨੂੰ ਦੇ ਦਿਆਂਗਾ। ਤੇ ਜੇ ਸਾਹਿਬ ਚਾਹੁੰਦੇ ਤਾਂ ਉੱਥੇ ਦੀਨੇ ਕਾਂਗੜ ਜਾ ਕੇ ਔਰੰਗਜ਼ੇਬ ਨੂੰ ਮਿਲ ਸਕਦੇ ਸੀ, ਪਰ ਗੱਲ ਜਰ ਜੋਰੂ ਜ਼ਮੀਨ ਦੀ ਨਹੀਂ, ਗੱਲ ਤੇ ਦੀਨ ਧਰਮ ਸੱਚ ਹੱਕ ਦੀ ਹੈ। ਇਸ ਲਈ ਕਹਿੰਦੇ ਦਿਨ ਚੜਿਆ,
ਬਾਰ ਸੂਬਾ ਸਰਹੰਦ ਵਜ਼ੀਰ ਖਾਂ ਕਹਿੰਦਾ ਹੈ ਵੀ ਲੱਖਾਂ ਦੀ ਆਪਣੀ ਗਿਣਤੀ ਹੈ, ਤੇ ਜੇ ਲੱਖਾਂ ਦੀ ਗਿਣਤੀ ਵਿੱਚ ਚੰਦ ਵੀ ਜਾਣ ਤੇ ਪਲਾਂ ਵਿੱਚ ਇਸ ਕੱਚੀ ਹਵੇਲੀ ਨੂੰ ਢਾਹ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਟਾ ਸਕਦੇ ਆ। ਗੁਰੂ ਕੇ ਪਿਆਰਿਆਂ ਨੇ ਮੋਰਚੇ ਸੰਭਾਲੇ। ਕਹਿੰਦੇ ਨੇ ਪਹਿਲਾਂ ਇਸ ਕੱਚੀ ਹਵੇਲੀ ਦੇ ਅੰਦਰ ਆਉਣ ਦਾ ਯਤਨ ਕੀਤਾ। ਗੁਰੂ ਕੇ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅੰਦਰੋਂ ਤੀਰਾਂ ਦੀ ਵਰਖਾ ਕਰਦਿਆਂ ਇਹਨਾਂ ਦੇ ਕਦਮ ਪਿਛਾਂ ਨੂੰ ਮੋੜਦੇ ਆ। ਫਿਰ ਆਖਿਆ ਵੀ ਕਿਵੇਂ ਜਾਇਆ ਜਾਏ? ਕਹਿੰਦੇ ਪੌੜੀ ਲਾਓ, ਲਿਆਓ, ਤੇ ਲਾ ਕੇ ਇਸ ਹਵੇਲੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਨਾਰ ਖਾਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਲਾ ਕੇ ਲਿਆਉਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਲਾਉਣ ਦੀ ਗੱਲ ਕਰਕੇ ਆਉਂਦਾ ਹੈ, ਤੇ ਜਦੋਂ ਉੱਤੇ ਨੂੰ ਚੜ੍ਹਦਾ ਹੈ ਕਹਿੰਦੇ ਗੁਰੂ ਸਾਹਿਬ ਨੇ ਇੱਕੋ ਹੀ ਤੀਰ ਮਾਰਿਆ ਇਹਦੇ ਸਿਰ ਵਿੱਚ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਲਾਉਣ ਦੀ ਗੱਲ ਕਰਨ ਵਾਲਾ ਨਾਰ ਖਾਂ ਇੱਕੋ ਹੀ ਤੀਰ ਮਾਰਿਆ। ਜਿੰਨੇ ਕਦਮ ਉੱਤੇ ਚੜ੍ਹਿਆ ਸੀ ਉਨੇ ਹੀ ਆ ਕੇ ਫਿਰ ਪਰਤ ਕੇ ਧਰਤੀ ਤੇ ਡਿੱਗਾ ਤੇ ਪ੍ਰਾਣ ਨਿਕਲ ਗਏ। ਖਵਾਜਾ ਮਰਦੂਦ, ਇਹ ਮਰਦੂਦ ਦਾ ਅਰਥ ਹੀ ਹੈ ਵੀ ਨਾ ਮਰਦ, ਜਿਹਦੇ ਵਿੱਚ ਮਰਦਾਨਗੀ ਵਾਲਾ ਗੁਣ ਹੀ ਕੋਈ ਨਹੀਂ ਹੈ। ਇਹ ਖਵਾਜਾ ਮਰਦੂਦ ਕਹਿੰਦੇ ਚੜ੍ਹਿਆ ਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪਹੁੰਚਣ ਲਈ, ਤੇ ਜਦੋਂ ਮਹਾਰਾਜ ਨੇ ਆਪਣੀ ਕਮਾਨ ਵਿੱਚ ਤੀਰ ਚਿੱਲੇ ਤੇ ਚੜਾ ਕੇ ਜਦੋਂ ਕੰਨ ਦੇ ਕੋਲ ਲਿਆ ਕੇ ਤੀਰ ਛੱਡਣ ਲੱਗੇ ਘਬਰਾ ਗਿਆ। ਘਬਰਾਉਂਦੇ ਨੇ ਸਿਰ ਥੱਲੇ ਕਰ ਦਿੱਤਾ। ਤੇ ਗੁਰੂ ਸਾਹਿਬ ਨੇ ਜਫਰਨਾਮੇ 'ਚ ਵੀ ਜ਼ਿਕਰ ਕੀਤਾ ਹੈ, ਔਰੰਗਜ਼ੇਬ ਜੇ ਆ ਤੇਰੇ ਵਰਗੇ ਆ ਜਿਹੜੇ ਜਿਨ੍ਹਾਂ ਤੇ ਤੂੰ ਮਾਣ ਕਰਦਾ ਹੈ, ਇਹ ਤੇ ਇਹਨਾਂ 'ਚ ਕਾਹਦੀ ਮਰਦਾਨਗੀ ਹੈ? ਇਹ ਤੇ ਸਿਰ ਉੱਚਾ ਚੱਕ ਕੇ ਮੌਤ ਤੋਂ ਘਬਰਾ ਕੇ ਸਿਰ ਨੀਵਾਂ ਕਰ ਲੈਂਦੇ ਆ। ਇਹਨਾਂ ਨੂੰ ਅਸੀਂ ਮਰਦ ਨਹੀਂ ਆਖਦੇ। ਜਿਹੜੇ ਸੂਰਮੇ ਅਸੀਂ ਬਣਾਏ ਆ ਨਾ ਖੰਡੇ ਦੀ ਪੌਲ ਨਾਲ, ਉਹਦੇ ਵਿੱਚ ਮਾਣ ਨਾਲ ਕਹਿ ਸਕਦੇ ਹਾਂ 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਖੈਰ ਵਾਰੀ ਵਾਰੀ ਆਉਂਦੇ ਰਹੇ ਪਰ ਕੋਈ ਵੀ ਹਵੇਲੀ ਤੱਕ ਨਾ ਆਉਣ ਦਿੱਤਾ। ਅਖੀਰ ਫਿਰ ਆ ਜਿਹੜਾ ਅੱਜ ਦਿਨ ਹੈ, ਅੱਜ ਦੇ ਦਿਨ ਜੰਗ ਹੈ ਚਮਕੌਰ ਸਾਹਿਬ ਦੀ, ਜਿਹਦੇ ਵਿੱਚ ਗੁਰੂ ਕੇ ਪਿਆਰਿਆਂ ਦੇ ਜਥੇ ਜਾਂਦੇ ਆ। 3 ਪਿਆਰੇ ਅੱਜ ਸ਼ਹੀਦ ਹੁੰਦੇ ਨੇ, ਕਿਉਂਕਿ 2 ਪਿਆਰੇ ਨਾਲ ਰਹਿੰਦੇ ਆ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ 5-5, ਕਈਆਂ ਨੇ 8 ਦਾ ਜ਼ਿਕਰ ਕੀਤਾ ਹੈ। 5-5 ਸਿੰਘਾਂ ਦਾ ਜਥਾ ਜਾਂਦਾ ਹੈ। ਔਰ ਦੇਖੋ ਲੱਖਾਂ ਵਿੱਚ ਘਿਰਿਆ ਹੋਇਆ ਇੱਕ ਇੱਕ ਸਿੰਘ ਕਿੰਨੀ ਬਹਾਦਰੀ ਨਾਲ ਜੂਝਦਾ ਹੈ, ਕਿੰਨੀ ਦਲੇਰੀ ਨਾਲ ਜੂਝਦਿਆਂ ਸ਼ਹੀਦੀ ਦਾ ਜਾਮ ਪੀਂਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਉਸ ਹਵੇਲੀ ਤੇ ਵਿੱਚ ਉਸ ਮਮਟੀ ਤੇ ਖਲੋ ਕੇ ਵੇਖਦੇ ਨੇ, ਤੇ ਜਦੋਂ ਸਿੰਘ ਸ਼ਹੀਦੀ ਦਾ ਜਾਮ ਪੀਂਦਾ ਹੈ ਸਤਿਗੁਰੂ ਚੜ੍ਹਦੀ ਕਲਾਂ ਦਾ ਜੈਕਾਰਾ ਛੱਡਦੇ ਨੇ। ਬਾਬਾ ਅਜੀਤ ਸਿੰਘ ਆਏ, ਕਹਿੰਦੇ ਪਿਤਾ ਜੀ ਮੈਂ ਵੀ ਇਸ ਜੰਗ ਵਿੱਚ ਜਾਣਾ ਹੈ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਅਗਰ ਤੋ ਜੀਤਾ ਨਹੀਂ ਆਊਂਗਾ। ਕਿੰਨਾ ਮਾਣ ਮਹਿਸੂਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਮੇਰਾ ਪੁੱਤਰ ਆਪ ਆ ਕੇ ਕਹਿੰਦਾ ਹੈ ਕਿ ਮੈਂ ਵੀ ਇਹਨਾਂ ਵੈਰੀਆਂ ਦੇ ਨਾਲ ਜੂਝਣਾ ਹੈ। ਆਪਣੇ ਹੱਥੀਂ ਤਿਆਰ ਕਰਕੇ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ। ਬੜੀ ਦਲੇਰੀ ਨਾਲ ਅਜੀਤ ਸਿੰਘ ਜੀ ਜੂਝਦੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹ ਵਾਹ ਕਰਦੇ ਸੀ ਜਦੋਂ ਵਾਰ ਕੀਤਾ ਨਾ, ਤੇ ਕਹਿੰਦੇ ਸੀ ਵਾਹ ਤੂੰ ਵਾਕਈ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ, ਤੂੰ ਮਰਦ ਅਗੰਬੜੇ ਦਾ ਪੁੱਤਰ ਹੈ। ਕਹਿੰਦੇ ਨੇ ਦੇਖਦਿਆਂ ਹੀ ਦੇਖਦਿਆਂ ਬਾਬਾ ਅਜੀਤ ਸਿੰਘ ਜੀ ਦੇ ਜਿਹੜੇ ਸਰੀਰ ਨੂੰ ਤੀਰਾਂ ਨੇ ਵਿੰਨ ਦਿੱਤਾ। ਔਰ ਕਈ ਕਹਿੰਦੇ ਆ 300 ਤੋਂ ਵੱਧ ਜ਼ਖਮ ਸੀ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ। ਇੰਨੇ ਤੀਰ ਨੇਜੇ, ਕੋਈ ਕਸਰ ਨਹੀਂ ਛੱਡੀ ਹੋਏਗੀ ਉਹਨਾਂ ਵੈਰੀਆਂ ਨੇ। ਜਦੋਂ ਪਤਾ ਲੱਗਾ ਹੋਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਫਰਜ਼ੰਦ ਹੈ। ਕਹਿੰਦੇ ਬਾਬਾ ਅਜੀਤ ਸਿੰਘ ਦਲੇਰੀ ਦੇ ਨਾਲ ਜੂਝਦਿਆਂ ਦੇਖਿਓ ਪਿਤਾ ਦੀ ਅੱਖ ਨਹੀਂ ਭਰੀ। ਇਸ ਤੋਂ ਪਹਿਲਾਂ ਤੁਸੀਂ ਵੇਖੋਗੇ ਤਾਂ ਜਿਹੜੇ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਸਨ, ਉਹ ਪਿਤਾ ਪੁੱਤਰ ਨੂੰ ਸਾਹਮਣੇ ਸਰੀਰ ਛੱਡਦਿਆਂ ਵੇਖ ਕੇ ਜਿਹੜੇ ਨੇ ਉਹਨਾਂ ਦੀ ਅੱਖ ਇੰਨੀ ਕੁ ਰੋਈ ਸੀ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ। ਖੈਰ ਸਮਾਂ ਸਮਾਪਤ ਹੋਣ ਲੱਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਸ਼ੁਕਰਾਨਾ। ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਚੜ੍ਹਦੀ ਕਲਾਂ ਦਾ ਜੈਕਾਰਾ ਛੱਡਿਆ।
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸੰਗਤ ਸਿੰਘ ਜੀ, ਜਿੰਨੇ ਵੀ ਅੰਦਰ ਭਾਈ ਮਹਾ ਸਿੰਘ ਜੀ ਵੇਖ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਕੈਸਾ ਹਿਰਦਾ ਹੈ ਤੁਹਾਡਾ। ਜਵਾਨ ਪੁੱਤਰ ਨੇ ਸ਼ਹੀਦੀ ਪਾਈ ਤੇ ਤੁਸੀਂ ਚੜ੍ਹਦੀ ਕਲਾਂ ਦਾ ਜਕਾਰਾ ਛੱਡਿਆ। ਸਿੰਘਾਂ ਦਾ ਜਥਾ ਗਿਆ, ਸ਼ਹੀਦ ਹੋ ਗਏ। ਫਿਰ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਆ, ਪਿਤਾ ਜੀ ਮੈਂ ਵੀ ਆਪਣੇ ਵੀਰ ਵਾਂਗੂ ਜੂਝਣਾ ਚਾਹੁੰਦਾ, ਮੈਨੂੰ ਵੀ ਜੇ ਭੇਜੋ ਇਸ ਜੰਗ ਦੇ ਅੰਦਰ। ਤੇ ਭਾਈ ਦਇਆ ਸਿੰਘ ਜੀ ਨੇ ਆਖਿਆ, ਮਹਾਰਾਜ ਨਹੀਂ, 4 ਸਨ, ਦੋਵਾਂ ਦਾ ਪਤਾ ਕੋਈ ਨਹੀਂ, ਇੱਕ ਮੈਦਾਨ ਵਿੱਚ ਪਿਆ ਤੇ ਇੱਕ ਨੂੰ ਤੇ ਕਮ ਸੇ ਕਮ ਆਪਣੇ ਕੋਲ ਰੱਖ ਲਓ, ਇਹ ਤਾਂ ਕਮ ਸੇ ਕਮ ਆਪਣੇ ਕੋਲ ਰੱਖ ਕੇ ਇਹਨੂੰ ਲੈ ਚੱਲਿਓ। ਸਾਹਿਬ ਕਹਿੰਦੇ ਨਹੀਂ, ਤੁਹਾਡੇ ਵਿੱਚ ਤੇ ਮੇਰੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਮੈਂ ਸਮਝਦਾ ਤੁਹਾਡੇ ਤੇ ਇਹਨਾਂ ਵਿੱਚ ਮੈਨੂੰ ਮਾਣ ਹੈ ਕਿ ਮੇਰੇ ਪੁੱਤਰ ਨੇ ਆਪ ਆ ਕੇ ਆਖਿਆ ਵੀ ਮੈਂ ਵੀ ਇਸ ਮੈਦਾਨ ਵਿੱਚ ਜੂਝਣਾ ਚਾਹੁੰਦਾ। ਜਿਹੜੇ ਇਹਨਾਂ ਦੇ ਨਾਮ ਰੱਖੇ ਸਨ, ਉਹਨਾਂ ਨਾਮ ਤੇ ਅੱਜ ਖਰੇ ਉਤਰਨੇ ਨੇ। ਅੱਜ ਵੇਖੋ ਮਾਂ-ਬਾਪ ਰੋਂਦੇ ਆ ਕਿ ਅਸੀਂ ਬੱਚਿਆਂ ਦੇ ਨਾਮ ਰੱਖਣ ਲੱਗੇ ਆ, 10 ਦਿਨ ਲਾ ਦਿੱਤੇ, ਵਧੀਆ ਤੋਂ ਵਧੀਆ ਚੁਣ ਕੇ ਨਾਮ ਰੱਖਣੇ, ਤੇ ਜਦੋਂ ਇਹ ਜਵਾਨ ਹੁੰਦੇ ਆ ਤੇ ਉਦੋਂ ਨਿਕਲ ਕੁਝ ਹੋਰ ਜਾਂਦੇ ਨੇ। ਉਹ ਨਾਮ ਤੇ ਵੀ ਦਾਗ ਲਾ ਜਾਂਦੇ ਆ। ਪਰ ਉਹਨਾਂ ਆਖਿਆ ਸੀ ਨਹੀਂ, ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ। ਸਾਹਿਬ ਕਹਿੰਦੇ ਇਹਨੂੰ ਮੈਂ ਜੁਝਾਰ ਸਿੰਘ ਨਾਮ ਰੱਖਿਆ। ਕਿੰਨਾ ਜੁਝਾਰੂ ਹੈ। ਸਾਹਿਬ ਜੀ ਕਹਿੰਦੇ ਆ ਮੈਂ ਤੈਨੂੰ ਆਪਣੇ ਹੱਥੀ ਤਿਆਰ ਕਰਾਂ, ਕਿਉਂਕਿ ਅੱਜ ਲਾੜੀ ਮੌਤ ਨੂੰ ਵਿਆਹੁਣ ਵਾਸਤੇ ਜਾਣਾ। ਸਾਹਿਬ ਜੀ ਨੇ ਤਿਆਰ ਕੀਤਾ। ਆਖਿਆ ਮੇਰੀ ਅੱਖ ਤੇਰੇ ਸੀਨੇ ਉੱਤੇ ਬਰਛੀ ਖਾਂਦਿਆਂ ਵੇਖਣਾ ਚਾਹੁੰਦਾ, ਤੇ ਤੇਰੇ ਸੀਨੇ 'ਚ ਜਦੋਂ ਬਰਛੀ ਵੱਜੇ ਨਾ ਤੇ ਪੁੱਤਰਾ ਤੇਰੇ ਮੁਖ ਚੋਂ ਸੀ ਨਹੀਂ ਨਿਕਲਣਾ ਚਾਹੀਦਾ, ਤੇਰੇ ਮੁਖ ਤੋਂ ਆ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਆਖਿਆ ਪਿਤਾ ਜੀ ਨਾਮ ਜੁਝਾਰ ਰੱਖਿਆ ਤੇ ਜੁਝਾਰੂ ਬਣ ਕੇ ਜੂਝਾਂਗਾ, ਆਪਣੇ ਵੀਰ ਦੇ ਵਾਂਗੂ ਚੜ੍ਹਦੀ ਕਲਾਂ 'ਚ ਸ਼ਹੀਦੀ ਦਾ ਜਾਮ ਪੀਆਂਗਾ। ਬਾਬਾ ਜੁਝਾਰ ਸਿੰਘ ਜੀ ਗਏ, ਮੈਦਾਨ ਵਿੱਚ ਜੂਝਦੇ ਆ। ਕਹਿੰਦੇ ਨੇ ਦੇਖਦਿਆਂ ਦੇਖਦਿਆਂ ਵੈਰੀ ਢੇਰੀ ਕਰ ਦਿੱਤੇ। ਅਖੀਰ ਕਿੰਨਾ ਕੁ ਚਿਰ ਇਹ ਜੂਝਦੇ ਰਹਿੰਦੇ। ਵੈਰੀਆਂ ਨੂੰ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੂਸਰੇ ਪੁੱਤਰ ਬਾਬਾ ਜੁਝਾਰ ਸਿੰਘ ਨੇ। ਉਹ ਵੀ ਕਹਿੰਦੇ ਘੇਰਾ ਪਾਇਆ, ਔਰ ਘੇਰਾ ਪਾ ਕੇ ਅਖੀਰ ਇਹਨਾਂ ਦੇ ਸੀਨੇ ਉੱਤੇ ਵੀ ਜਦੋਂ ਵਾਰ ਹੋਇਆ ਤੇ ਕਿੱਥੇ ਆ ਕੇ ਡਿੱਗਦੇ ਆ, ਜਿੱਥੇ ਬਾਬਾ ਅਜੀਤ ਸਿੰਘ ਜੀ ਦਾ ਸਰੂਪ ਪਿਆ ਹੈ, ਉੱਥੇ ਆ ਕੇ ਡਿੱਗਿਆ। ਵੈਰੀਆਂ ਨੇ ਕੋਈ ਕਸਰ ਨਹੀਂ ਛੱਡੀ, ਕਿਸੇ ਪ੍ਰਕਾਰ ਦੀ ਕਸਰ ਨਹੀਂ ਛੱਡੀ ਉਹਨਾਂ ਨੇ। ਕਈਆਂ ਨੇ ਆਖਿਆ ਵੀ ਹਾਥੀ ਦਾ ਪੈਰ ਵੀ ਉੱਤੇ ਜਿਹੜਾ ਉਹ ਲਿਆ ਕੇ ਤੇ ਉਹਨਾਂ ਦੇ ਸੀਸ ਨੂੰ ਕੁਚਲ ਦਿੱਤਾ ਗਿਆ ਸੀ। ਕਈਆਂ ਦਾ ਮੰਨਣਾ ਹੈ, ਕਿਉਂਕਿ ਇੱਥੇ ਆ ਕੇ ਅਸੀਂ ਭਾਵੁਕ ਹੋ ਜਾਂਦੇ ਹਾਂ। ਹਰ ਇੱਕ ਦੀ ਆਪਣੀ ਆਪਣੀ ਵਿਚਾਰ ਹੈ। ਕਹਿਣ ਤੋਂ ਭਾਵ ਕਿ ਦੋਵੇਂ ਸਾਹਿਬਜ਼ਾਦੇ ਅੱਜ ਚਮਕੌਰ ਸਾਹਿਬ ਦੀ ਇਸ ਗੜੀ ਵਿੱਚ ਸ਼ਹੀਦ ਹੁੰਦੇ ਆ। ਅਨੰਤ ਸਿੰਘ ਸ਼ਹੀਦ ਹੁੰਦੇ ਨੇ। ਤੇ ਫਿਰ ਸਮਾਂ ਸ਼ਾਮਾਂ ਦਾ ਆਉਣਾ ਤੇ ਫਿਰ ਬੇਨਤੀ ਕੀਤੀ ਜਾਣੀ ਹੈ, ਗੁਰੂ ਸਾਹਿਬ ਤੁਸੀਂ ਇਸ ਗੜੀ ਵਿੱਚੋਂ ਨਿਕਲ ਜਾਓ। ਸਾਡੇ ਵਰਗੇ ਤੇ ਹੋਰ ਖੰਡੇ ਦੀ ਪੌਲ ਲੈ ਕੇ ਸਿੰਘ ਤਿਆਰ ਹੋ ਜਾਣਗੇ, ਪਰ ਅਸੀਂ ਸਾਰੇ ਰਲ ਕੇ ਗੁਰੂ ਗੋਬਿੰਦ ਸਿੰਘ ਤਿਆਰ ਨਹੀਂ ਕਰ ਸਕਦੇ। ਤੁਹਾਡੇ ਵਰਗਾ ਦੂਜਾ ਮਰਦ ਅਗੰਬੜਾ ਨਹੀਂ ਮਿਲਣਾ। ਮਹਾਰਾਜ ਨੇ ਫਿਰ ਗੜੀ ਵਿੱਚੋਂ ਕਿਵੇਂ ਨਿਕਲਣਾ, ਇਹ ਅੱਜ ਜਿਹੜਾ ਦਿਨ ਆ ਚੜਿਆ ਹੈ, ਇਹ ਧਿਆਨ ਵਿੱਚ ਰੱਖਿਓ ਕਿ ਜੰਗ ਹੋਣੀ ਹੈ। ਆ 10-11 ਵਜੇ ਦਾ ਸਮਾਂ ਜਦੋਂ ਜੰਗ ਹੋ ਰਹੀ ਹੈ ਤੇ ਸਿੰਘ ਸ਼ਹੀਦੀਆਂ ਦੇ ਜਾਮ ਪੀ ਰਹੇ ਆ। ਆਪਾਂ ਕੀ ਕਰਨਾ ਹੈ? ਅਸੀਂ ਪਾਠ ਕਰਨਾ ਹੈ, ਅਸੀਂ ਸਿਮਰਨ ਕਰਨਾ ਹੈ, ਅਸੀਂ ਵੱਧ ਤੋਂ ਵੱਧ ਸੰਗਤ ਕਰਨੀ ਹੈ, ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨਾ ਹੈ। ਕਮ ਸੇ ਕਮ ਇਹਨਾਂ ਦਿਨਾਂ ਵਿੱਚ ਹੀ ਆਪਣੇ ਘਰਾਂ ਚੋਂ ਨਿਕਲ ਕੇ ਗੁਰੂ ਘਰ ਆਈਏ, ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਕੇ ਉਸ ਮਾਲਕ ਦਾ ਸ਼ੁਕਰਾਨਾ। ਇਹ ਤਾਂ ਕੁਛ ਨਹੀਂ ਹੈ, ਪਰ ਚਲੋ ਜਿੰਨਾ ਹੋ ਸਕੇ ਅਸੀਂ ਸੰਗਤ ਕਰੀਏ, ਬਾਣੀ ਪੜ੍ਹੀਏ, ਅੰਮ੍ਰਿਤ ਵੇਲਾ ਸੰਭਾਲੀਏ, ਆਪਣੇ ਧੀਆਂ ਪੁੱਤਰਾਂ ਨੂੰ ਗੁਰੂ ਘਰ ਨਾਲ ਜੋੜ ਕੇ ਬਾਣੀ ਤੇ ਬਾਣੀ ਦੇ ਧਾਰਨੀ ਬਣ ਜਾਈਏ, ਤਾਂ ਕਿ ਮਾਣ ਨਾਲ ਕਹਿ ਸਕੀਏ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ
ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਐਸੇ ਗੁਰ ਕੋ ਬਲ ਬਲ ਜਾਈਏ, ਸਦ ਕੇ ਜਾਈਏ ਆਪਾਂ। ਗੁਰੂ ਸਾਹਿਬ ਕਿਰਪਾ ਕਰਨ। ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਵਿਸ਼ੇਸ਼ ਰਾਤਰੀ ਦੇ ਦੀਵਾਨ ਵੀ ਸਜਾਏ ਜਾਣੇ ਆ। ਸਾਰਾ ਦਿਨ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣੇ ਆ। ਆਪ ਵੀ ਜੁੜੋ ਤੇ ਹੋਰਾਂ ਨੂੰ ਵੀ ਜੋੜੋ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੇ ਸ਼ਬਦ ਦੀ ਵਿਚਾਰ ਕਰਦਿਆਂ ਤੇ ਦਿਹਾੜਿਆਂ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਪਾਵਨ ਸ਼ਬਦ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਉੱਚਾ ਉੱਚੋ ਆਖੀਐ, ਕਹੋ ਨਾ ਦੇਖਿਆ ਜਾਏ। ਜਹ ਦੇਖਾ ਤਹ ਏਕ ਤੂੰ, ਸਤਿਗੁਰ ਦੀਆ ਦਿਖਾਏ। ਜੋਤ ਨਿਰੰਤਰ ਜਾਣੀਐ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।